ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਸਤਿੰਦਰ ਬਿਰਕ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਕੇਅਰ ਏਸ਼ੀਆ ਟੀਵੀ ਵੱਲੋਂ। ਤੇ ਪਹਿਲਾਂ ਦੀ ਤਰ੍ਹਾਂ ਅੱਜ ਫਿਰ ਆਪਾਂ ਬੈਠੇ ਹੋਏ ਹਾਂ ਜੀ ਮੋਗੇ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਸੰਸਥਾਪਕ ਨੇ ਡਾਕਟਰ, ਜਿਨ੍ਹਾਂ ਨੂੰ ਤੁਸੀਂ ਸਾਰੇ ਜਣੇ ਵਰਿੰਦਰ ਭੁੱਲਰ ਸਾਹਿਬ ਦੇ ਨਾਮ ਤੋਂ ਜਾਣਦੇ ਹੋ। ਸੋ ਡਾਕਟਰ ਵਰਿੰਦਰ ਸਿੰਘ ਭੁੱਲਰ ਮੇਰੇ ਨਾਲ ਬੈਠੇ ਨੇ ਤੇ ਮੈਂ ਡਾਕਟਰ ਸਾਹਿਬ ਦਾ ਭਰਪੂਰ ਸਵਾਗਤ ਕਰਦਾ ਆਪਣੀ ਕੇਅਰ ਏਸ਼ੀਆ ਟੀਮ ਵੱਲੋਂ ਤੇ ਆਪ ਸਭ ਸਰੋਤਿਆਂ ਵੱਲੋਂ ਵੀ। ਮੈਂ ਡਾਕਟਰ ਸਾਹਿਬ ਦਾ ਸਵਾਗਤ ਕਰਦਾ ਕਿਉਂਕਿ ਤੁਸੀਂ ਸਾਰੇ ਡਾਕਟਰ ਸਾਹਿਬ ਨੂੰ ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਸੁਣਦੇ ਆ। ਸੋ ਅੱਜ ਆਪਾਂ ਜਿਹੜਾ ਮੇਨ ਟੌਪਿਕ ਕੁਝ ਹੋਰ ਸੀ, ਪਰ ਅੱਜ ਆਪਾਂ ਕੁਝ ਚੀਜ਼ਾਂ ਅਬਜ਼ਰਵ ਕੀਤੀਆਂ। ਮੈਂ ਛੋਟੀ ਜੀ ਇੱਕ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਜਦੋਂ ਕੋਈ ਸ਼ਖਸ ਬਿਮਾਰ ਹੁੰਦਾ ਹੈ ਤਾਂ ਆਪਾਂ ਦੇਖਦੇ ਹਾਂ ਕਿ ਉਹ ਗਲਤ ਚੀਜ਼ਾਂ ਖਾਣ ਕਰਕੇ ਬਿਮਾਰ ਹੁੰਦਾ ਹੈ, ਜਿਵੇਂ ਕਿ ਸਮੋਸੇ ਜਾਂ ਹੋਰ ਤਲੀਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਸਟਰੀਟ ਫੂਡ ਆ, ਉਹ ਖਾ ਕੇ ਬੰਦਾ ਹਸਪਤਾਲ 'ਚ ਦਾਖਲ ਹੁੰਦਾ ਹੈ। ਅਤੇ ਜਿਹੜੇ ਉਹਨੂੰ ਪਤਾ ਲੈਣ ਆਉਂਦੇ ਹੁੰਦਾ ਅਤੇ ਉਹ ਉਹਦੇ ਲਈ ਕੇਲੇ ਲੈ ਕੇ ਆਉਂਦੇ ਆ ਅਤੇ ਉਹਨੂੰ ਕੇਲੇ ਦੇ ਕੇ ਅਤੇ ਆਪ ਬਾਹਰ ਜਾ ਕੇ ਅਤੇ ਚਾਹ ਦੇ ਨਾਲ ਸਮੋਸੇ ਖਾ ਰਹੇ ਹੁੰਦੇ ਆ। ਸੋ ਇਹ ਹੀ ਲਾਈਫ ਸਾਈਕਲ ਜਿਹੜਾ ਸਾਡੀ ਜ਼ਿੰਦਗੀ ਦਾ ਚੱਲਦਾ ਰਹਿੰਦਾ ਹੈ ਅਤੇ ਇੱਦਾਂ ਹੀ ਬਿਮਾਰੀਆਂ ਸਾਡਾ ਪਿੱਛਾ ਕਰਨੋਂ ਜਿਹੜਾ ਹੈ ਉਹ ਨਹੀਂ ਛੱਡਦੀਆਂ। ਸੋ ਆਪਾਂ ਅੱਜ ਗੱਲ ਕਰਾਂਗੇ ਕਿ ਡਾਕਟਰ ਸਾਹਿਬ ਇਹਨਾਂ ਚੀਜ਼ਾਂ ਨੂੰ ਡਿਟੈਕਟ ਕਰਨ ਦੇ ਲਈ, ਇਹਨਾਂ ਚੀਜ਼ਾਂ ਨੂੰ ਸਹੀ ਕਰਨ ਦੇ ਲਈ, ਜੀਵਨ ਜਾਂਚ ਨੂੰ ਸਹੀ ਕਰਨ ਦੇ ਲਈ, ਜਾਂ ਬਿਮਾਰੀ ਜੇ ਹੋ ਜਾਂਦੀ ਆ ਤਾਂ ਉਹਨੂੰ ਆਪਾਂ ਕਿਵੇਂ ਟੈਕਲ ਕਰਨਾ ਹੈ, ਕਿਵੇਂ ਉਸ ਚੀਜ਼ ਦੇ ਨਾਲ ਆਪਾਂ ਉਸ ਚੀਜ਼ ਨੂੰ ਦੇਖਣਾ ਆ ਇੱਕ ਸਹੀ ਤਰੀਕੇ ਦੇ ਦਵਾਈ ਦੇ ਕੇ, ਜਾਂ ਦਵਾਈ ਨਹੀਂ ਮੈਂ ਕਹਿ ਸਕਦਾ ਕਿ ਕੋਈ ਸਪਲੀਮੈਂਟ ਦੇ ਕੇ। ਸੋ ਆਪਾਂ ਡਾਕਟਰ ਸਾਹਿਬ ਤੋਂ ਇਹਦੇ ਬਾਰੇ ਭਰਪੂਰ ਜਾਣਕਾਰੀ ਲਵਾਂਗੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ, ਅਤੇ ਸਾਡੀ ਸਾਰੀ ਟੀਮ ਵੱਲੋਂ ਆਪ ਜੀ ਦਾ ਅਸੀਂ ਜੀ ਆਇਆਂ ਕਹਿੰਦੇ ਹਾਂ ਜੀ। ਸਭ ਤੋਂ ਪਹਿਲਾਂ ਕੇਅਰ ਏਸ਼ੀਆ ਟੀਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਕਿਉਂਕਿ ਤੁਸੀਂ ਗੱਲ ਰੱਖੀ ਹੈ, ਗੱਲ ਬਿਲਕੁਲ ਸਹੀ ਕਹੀ ਹੈ ਤੁਸੀਂ ਕਿ ਜਦੋਂ ਆਪਾਂ ਪਤਾ ਲੈਣ ਜਾਂਦੇ ਹਾਂ ਕਿਸੇ ਦਾ ਤਾਂ ਫਰੂਟ ਲੈ ਜਾਂਦੇ, ਲੇਕਿਨ ਆਪ ਬਾਹਰ ਜਾ ਕੇ ਚਾਹ ਨਾਲ ਸਮੋਸੇ ਖਾ ਰਹੇ ਹੁੰਦੇ। ਅਸਲ ਦੇ ਵਿੱਚ ਸਾਡਾ ਮਾਈਂਡ ਇਸ ਤਰੀਕੇ ਦੇ ਨਾਲ ਟ੍ਰੇਨਡ ਹੋ ਗਿਆ ਜੀ ਜੀ ਕਿ ਸਾਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਸਰੀਰ ਹੈਗਾ ਨਾ, ਇਹਨੂੰ ਤੁਸੀਂ ਕਿਵੇਂ ਵੀ ਮੋਲਡ ਕਰ ਸਕਦੇ ਹੋ, ਆਪਣੇ ਹਾਲਾਤਾਂ ਮੁਤਾਬਕ ਕਿਵੇਂ ਵੀ ਚਲਾ ਸਕਦੇ ਹੋ। ਇਹੀ ਰੀਜ਼ਨ ਹੈ ਕਿ ਇਹਨੂੰ ਜਦੋਂ ਅਸੀਂ ਡਰਾਈਵ ਕਰਦੇ ਹਾਂ, ਅਸਲ ਵਿੱਚ ਤਾਂ ਅਸੀਂ ਇਸ ਸਰੀਰ ਦੇ ਚਾਲਕ ਆ ਜੀ। ਮੈਂ ਤੇ ਮੇਰਾ ਸਰੀਰ, ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ। ਠੀਕ ਹੈ। ਮੈਂ ਇਹਦਾ ਚਾਲਕ ਹੈ, ਸਰੀਰ ਗੱਡੀ ਹੈ। ਅਗਰ ਇਹਦਾ ਮੈਂ ਬੇਸਿਕ ਗਿਆਨ ਲੈ ਕੇ ਇਹਨੂੰ ਡਰਾਈਵ ਕਰਦਾ ਤਾਂ ਮੈਂ ਇਹਨੂੰ 50 ਸਾਲ 60 ਸਾਲ 80 ਸਾਲ 100 ਸਾਲ ਤੱਕ ਵੀ ਲਿਜਾ ਸਕਦਾ ਜੀ। ਅਗਰ ਇਹਨੂੰ ਮੈਂ ਇੱਕ ਲੇਜ਼ੀ ਚਾਲਕ ਦੀ ਤਰ੍ਹਾਂ, ਇੱਕ ਇਰਰਿਸਪੋਂਸੀਬਲ ਚਾਲਕ ਦੀ ਤਰ੍ਹਾਂ ਮੈਂ ਚਲਾਉਣਾ ਤਾਂ ਇਹਦੇ ਰਸਤੇ 'ਚ ਆਉਣ ਵਾਲੀਆਂ ਸਮੱਸਿਆਵਾਂ ਦਾ ਜਿਹੜਾ ਮੁਸ਼ਕਿਲਾਂ ਨੇ, ਜਿਹੜਾ ਨਿਬੇੜਾ, ਉਹ ਵੀ ਮੈਨੂੰ ਹੀ ਕਰਨਾ ਪਏਗਾ। ਉਹਦੇ ਨਾਲ ਰਿਲੇਟਡ ਐਫਰਟਸ ਨੇ ਜਿਹੜੇ ਉਹ ਮੈਨੂੰ ਹੀ ਕਰਨੇ ਪੈਣਗੇ। ਸੋ ਫਸਟ ਆਫ ਆਲ ਇਹਦਾ ਜਿਹੜਾ ਚਾਲਕ ਹੈ ਉਹਦੇ ਕੋਲ ਇਹਦਾ ਬੇਸਿਕ ਗਿਆਨ ਨਾ ਹੋਣ ਕਰਕੇ ਅਸੀਂ ਬਹੁਤ ਸਾਰੇ ਸਰੀਰਕ ਆਦਤਾਂ ਤੋਂ ਬਾਅਦ ਇੱਕ ਲੱਛਣ, ਔਰ ਲੱਛਣ ਤੋਂ ਬਾਅਦ ਰੋਗ ਵੱਲ ਮੂਵ ਕਰ ਜਾਂਦੇ ਹਾਂ। ਕਿਉਂਕਿ ਸਾਡੀ ਸੰਸਥਾ ਮੇਨ ਐਜੂਕੇਸ਼ਨ 'ਤੇ ਕੰਮ ਕਰ ਰਹੀ ਹੈ, ਪੇਸ਼ੈਂਟ ਨੂੰ ਐਜੂਕੇਟ ਕਰਨ 'ਤੇ ਕੰਮ ਕਰ ਰਹੀ ਹੈ। ਕੋਈ ਸਕੂਲ ਜਾਂ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਸਾਡਾ ਕੰਮ ਨਹੀਂ ਹੈ। ਔਰ ਉਹਦੇ ਪਿੱਛੇ ਤਿੰਨ ਰੀਜ਼ਨ ਨੇ, ਤਿੰਨ ਤਰ੍ਹਾਂ ਦੀਆਂ ਹੈਪਨਿੰਗਸ ਨੇ। ਹੈਪਨਿੰਗ ਦਾ ਮਤਲਬ ਜੋ ਹੋ ਰਿਹਾ, ਜੋ ਘਟ ਰਿਹਾ ਸਾਡੇ ਨਾਲ। ਘਟ ਤਾਂ ਬਹੁਤ ਕੁਛ ਰਿਹਾ ਸਾਡੇ ਨਾਲ, ਵਾਪਰ ਬਹੁਤ ਕੁਛ ਰਿਹਾ ਸਰੀਰਕ ਤੌਰ ਅਲੱਗ-ਅਲੱਗ ਵੇ 'ਤੇ, ਜਿਹਦੇ ਨਾਲ ਅਸੀਂ ਖਤਮ ਹੋ ਰਹੇ ਹਾਂ। ਲੇਕਿਨ ਕੁਛ ਚੀਜ਼ਾਂ ਮੇਜਰ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦਾ ਕੰਟਰੋਲ ਸਾਡੇ ਹੱਥ 'ਚ ਹੈ, ਲੇਕਿਨ ਸਾਡੀ ਉਹ ਧਿਆਨ 'ਚ ਨਹੀਂ ਹੈਗੀਆਂ। ਜੇ ਮੈਂ ਪੰਜਾਬ ਦੀ ਹੀ ਗੱਲ ਕਰਾਂ ਤਾਂ ਪੰਜਾਬ ਦੇ ਜਿਹੜੇ ਸਿਹਤ ਹਾਲਾਤ ਨੇ ਉਹ ਬਹੁਤ ਵੱਡੇ ਪੱਧਰ 'ਤੇ ਗਿਰੇ ਨੇ, ਬਹੁਤ ਵੱਡੇ ਪੱਧਰ 'ਤੇ। ਠੀਕ ਹੈ। ਚਾਹੇ ਪੰਜਾਬ ਦਾ ਜੰਮਿਆ ਪਲਿਆ ਅਬਰੋਡ ਚਲਾ ਗਿਆ, ਚਾਹੇ ਉਹ ਗਰਮ ਦੇਸ਼ 'ਚ ਚਲਾ ਗਿਆ, ਠੰਡੇ ਦੇਸ਼ 'ਚ ਚਲਾ ਗਿਆ, ਉਹ ਚੈਲੰਜ ਵੀ ਅਲੱਗ ਤੋਂ ਹੈਗੇ ਨੇ। ਲੇਕਿਨ ਜਿਹੜੇ ਲੋਕ ਪੰਜਾਬ 'ਚ ਰਹਿ ਰਹੇ ਨੇ, ਇਹਨਾਂ ਦੇ ਜਿਹੜੇ ਸਰੀਰਕ ਹਾਲਾਤ ਨੇ ਉਹ ਬਹੁਤ, ਇਹਨਾਂ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ ਸਿਹਤ ਦੇ ਵਿੱਚ, ਉਹ ਬਹੁਤ ਵੱਡੇ ਲੈਵਲ 'ਤੇ ਆਈ ਹੈਗੀ ਆ। ਤਾਂ ਇਹਨੂੰ ਲੈ ਕੇ ਹੀ ਸਾਡੀ ਸੰਸਥਾ ਨੇ ਫਸਟ ਆਫ ਆਲ, ਕਿਉਂਕਿ ਦੇਖੋ ਇੱਕ ਸਿਆਣੇ ਦੀ ਕਹਾਵਤ ਹੈ ਕਿ ਜਿੰਨਾ ਟਾਈਮ ਤੁਸੀਂ ਆਪਣੇ ਘਰ ਦੀ ਗੰਦਗੀ ਨਹੀਂ ਕੱਢਦੇ, ਆਪਣੇ ਘਰ ਦੀ ਸਾਫ਼ ਸਫਾਈ ਨਹੀਂ ਕਰਦੇ, ਗੁਆਂਢੀ ਨੂੰ ਸਲਾਹ ਦੇਣ ਦਾ ਹੱਕ ਨਹੀਂ ਹੈਗਾ ਤੁਹਾਨੂੰ। ਕਿਉਂਕਿ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ
ਤੇ ਫਸਟ ਇੰਟੈਂਸ਼ਨ ਇਹੀ ਹੁੰਦੀ ਹੈ ਕਿ ਪੰਜਾਬ ਦੀ ਬਿਹਤਰੀਨ ਇਹਨੂੰ ਬੈਸਟ ਕਰਨ ਲਈ ਕੀ ਕੀਤਾ ਜਾਵੇ। ਤਾਂ ਸਾਡੀ ਸੰਸਥਾ ਨੇ ਇੱਕ ਪ੍ਰੋਜੈਕਟ ਬਣਾਇਆ ਕਿ ਅਸੀਂ ਕਿਉਂ ਨਾ ਪੇਸ਼ੈਂਟ ਤਾਂ ਸਾਡੇ ਕੋਲ ਆ ਹੀ ਰਿਹਾ, ਕਿਉਂ ਨਾ ਅਸੀਂ ਨਾਲ ਉਹਨੂੰ ਐਜੂਕੇਟ ਕਰਨ ਦਾ ਕੰਮ ਸ਼ੁਰੂ ਕਰੀਏ। ਅੱਛਾ, ਹੁਣ ਪੇਸ਼ੈਂਟ ਦੇ ਐਜੂਕੇਟ ਹੋਣ ਦਾ ਕਾਰਨ ਕੀ, ਕਿਉਂ ਐਜੂਕੇਟ ਹੋਵੇ, ਕਿਉਂ ਇਸ ਨੈਚੁਰਲ ਹੈਲਥ ਸਾਇੰਸ ਨੂੰ ਪੜ੍ਹੇ। ਕਿਉਂਕਿ ਅਸੀਂ ਮੈਂ ਲਾਸਟ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਕਿ ਅਸੀਂ ਜਿੰਨਾ ਵੀ ਐਜੂਕੇਸ਼ਨ ਦਾ ਵਰਕ ਹੈ ਉਹ ਅਸੀਂ ਲੋਕਲ ਲੈਂਗੁਏਜ 'ਚ ਕਰਵਾਉਂਦੇ ਹਾਂ, ਕੋਈ ਟੈਕਨੀਕਲ ਲੈਂਗੁਏਜ ਨਹੀਂ। ਜੋ ਭਾਸ਼ਾ ਇੱਕ ਸਾਡੇ ਪੰਜਾਬ ਦੇ ਪਿੰਡ ਦਾ ਇੱਕ ਲੇਮੈਨ ਸਮਝਦਾ ਉਹ ਠੇਠ ਭਾਸ਼ਾ 'ਚ ਉਹਨੂੰ ਸਮਝਾਈਦਾ। ਔਰ ਇਹੀ ਅਸੀਂ ਤਾਕਤ ਮਹਿਸੂਸ ਕਰਦੇ ਆਪਣੀ, ਕਿਉਂਕਿ ਜਦੋਂ ਇੱਕ ਪਿੰਡ ਦਾ ਲੇਮੈਨ ਬੰਦਾ ਵੀ ਸਾਡੀ ਕਲਾਸ 'ਚ ਬਹਿ ਕੇ 3 ਘੰਟੇ ਕਲਾਸ ਹੋਣ ਤੋਂ ਬਾਅਦ ਵੀ ਉਹਦੇ ਚਿਹਰੇ 'ਤੇ ਰੌਣਕ ਹੁੰਦੀ, 1% ਬੋਰੀਅਤ ਨਹੀਂ ਹੁੰਦੀ, ਤਾਂ ਉਹ ਹੱਸਦਾ ਖੇਡਦਾ ਨੱਚਦਾ ਟੱਪਦਾ ਸਾਡੇ ਕੋਲ ਜਾਂਦਾ। ਉਦੋਂ ਪਤਾ ਲੱਗਦਾ ਵੀ ਹਾਂ ਅੱਜ ਦੀ ਸਾਡੀ ਅਚੀਵਮੈਂਟ ਹੈ ਕਿ ਇਹਨੂੰ ਕੁਝ ਸਮਝ ਆਇਆ, ਇਹ ਆਪਣੇ ਜੀਵਨ 'ਚ ਬਦਲਾਵ ਲੈ ਅੱਛਾ ਲੈ ਕੇ ਵੀ ਆਏ। ਫਿਰ ਉਹਨਾਂ 'ਚ ਫਿਰ ਦੱਸਦੇ ਨੇ ਜਦੋਂ OPD ਜਾਂਦੇ ਨੇ। ਸੋ ਤਿੰਨ ਮੁੱਖ ਹੈਪਨਿੰਗਸ ਨੇ ਜੋ ਮੈਂ ਤੁਹਾਡੇ ਕੇਅਰ ਏਸ਼ੀਆ TV ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਅੱਗੇ ਜ਼ਰੂਰ ਰੱਖਣਾ ਚਾਹਾਂਗੇ। ਬਾਕੀ ਆਪਣੇ ਸਰੋਤੇ ਦਾ ਆਪਣਾ ਇੱਕ ਲੈਵਲ ਹੁੰਦਾ ਉਸ ਗੱਲ ਨੂੰ ਓਬਜ਼ਰਵ ਕਰਨ ਦਾ ਤੇ ਸਮਝਣ ਦਾ। ਹੋਪਲੀ ਕਿ ਤੁਸੀਂ ਇਸ ਚੀਜ਼ ਨਾਲ ਐਗਰੀ ਵੀ ਕਰੋਗੇ ਔਰ ਅੱਛਾ ਲੱਗੇਗਾ ਤਾਂ ਇਸ ਮਿਸ਼ਨ 'ਚ ਸਾਡਾ ਸਾਥ ਵੀ ਦਿਓਗੇ। ਸਭ ਤੋਂ ਪਹਿਲੀ ਹੈਪਨਿੰਗ ਹੈ ਕਿ ਸਾਡੇ ਜਿਹੜੇ ਘਰ ਦਾ ਸਟਰਕਚਰ ਹੈ ਨਾ, ਫੈਮਿਲੀ ਦਾ ਸਟਰਕਚਰ, ਜੇ ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਈਏ ਨਾ ਤਾਂ ਅਸੀਂ ਇੱਕ ਜੁਆਇੰਟ ਫੈਮਿਲੀ 'ਚੋਂ ਆਏ ਹੋਏ ਹਾਂ, ਸਾਰੇ ਆਪਾਂ ਜੁਆਇੰਟ ਫੈਮਿਲੀ 'ਚੋਂ ਆਏ ਹੋਏ ਹਾਂ। ਔਰ ਹਰ ਫੈਮਿਲੀ ਦਾ ਜਿਹੜਾ ਮੈਂਬਰ ਦਾ ਸਟਰਕਚਰ ਸੀ ਉਹ ਸੀ 25 ਤੋਂ 30 ਮੈਂਬਰ। ਐਵੇਂ ਹੀ ਸੀ ਸਰ, ਬਿਲਕੁਲ 5 ਤੋਂ 6 ਨਹੀਂ, 25 ਤੋਂ 30 ਸਾਰੇ 25 ਤੋਂ 30। ਇਹ ਮੈਂ ਦੱਸ ਰਿਹਾ 30 ਤੋਂ 30 40 ਔਰ 50 ਸਾਲ ਪਿੱਛੇ ਚਲ ਜਾਵਾਂਗੇ ਤੇ ਸਟਰਕਚਰ ਸੀ। ਹਾਂਜੀ, ਤਾਂ 25 ਤੋਂ 30 ਮੈਂਬਰਾਂ 'ਚ ਅਸੀਂ ਟੁੱਟ ਕੇ ਛੋਟੇ ਗਰੁੱਪ 'ਚ ਕਨਵਰਟ ਹੋ ਗਏ 5 ਤੋਂ 6। ਹਾਂਜੀ, ਸੈਪਰੇਸ਼ਨ ਬਹੁਤ ਹੋਈ ਹੈ ਜੀ। ਹਾਂ, ਹੁਣ ਹੋਏ ਕਿਉਂ ਸੀ ਆਪਾਂ ਉਹਦੇ 'ਤੇ ਵੀ ਗੱਲ ਕਰਦੇ ਹਾਂ। ਉਹ ਇਸ ਕਰਕੇ ਹੋਏ ਸੀ ਕਿ ਬਹੁਤ ਮੋਸਟਲੀ ਆਪਾਂ ਪਿੰਡਾਂ 'ਚ ਰਹਿੰਦੇ ਸੀ, ਪਿੰਡਾਂ 'ਚੋਂ ਕੁਛ ਪੜ੍ਹਾਈ ਦੇ ਲਈ ਸ਼ਹਿਰ ਵੱਲ ਮੂਵ ਕਰਕੇ ਜਾਂ ਪਿੰਡ ਦੇ ਸਕੂਲ ਪੜ੍ਹੇ ਤਾਂ ਉਸ ਤੋਂ ਬਾਅਦ ਪੜ੍ਹਨ ਤੋਂ ਬਾਅਦ ਨੌਕਰੀ ਲਈ ਸ਼ਹਿਰ ਵੱਲ ਮੂਵ ਕਰ ਗਏ, ਕੁਝ ਲੋਕ ਬਿਜ਼ਨਸ ਲਈ ਸ਼ਹਿਰ ਵੱਲ ਮੂਵ ਕਰ ਗਏ, ਤਾਂ ਉਹ ਵੱਡਾ ਗਰੁੱਪ ਛੋਟੇ ਗਰੁੱਪ 'ਚ ਕਨਵਰਟ ਹੋ ਗਿਆ। ਅੱਛਾ, ਹੁਣ ਪੜ੍ਹਾਇਆ ਇਸ ਕਰਕੇ ਗਿਆ ਸੀ, ਇਹ ਕਹਿ ਕੇ ਗਿਆ ਸੀ ਕਿ ਇਹਦੇ ਨਾਲ ਵਿਕਾਸ ਹੋਏਗਾ ਤੁਹਾਡਾ, ਔਰ ਪੜ੍ਹਾਇਆ ਇਸ ਕਰਕੇ ਗਿਆ ਸੀ, ਇਹ ਕਹਿ ਕੇ ਗਿਆ ਸੀ ਕਿ ਇਹਦੇ ਨਾਲ ਸਾਨੂੰ ਜੀਵਨ ਜਿਉਣ ਦੀ ਜਾਂਚ ਹੋਰ ਵਧੀਆ ਆਏਗੀ। ਔਰ ਅੱਛਾ, ਅਸੀਂ ਇਸ ਕਰਕੇ ਇਸ ਪੜ੍ਹਾਈ ਨੂੰ ਚੂਜ਼ ਕੀਤਾ ਸੀ ਕਿ ਸਾਨੂੰ ਇਹ ਸਿਗਨਲ ਆਇਆ ਸੀ, ਇਹ ਕਮਾਂਡ ਸਾਡੇ ਬ੍ਰੇਨ ਨੂੰ ਦਿੱਤੀ ਗਈ ਸੀ ਕਿ ਜਿਹੜਾ ਤੁਸੀਂ ਪਿੰਡ 'ਚ ਰਹਿ ਰਹੇ ਹੋ ਨਾ, ਇਹ ਤੁਹਾਡਾ ਇੱਕ ਬੈਕਵਰਡ ਲਾਈਫ ਸਟਾਈਲ ਹੈ, ਇਹ ਇੱਕ ਫਾਰਵਰਡ ਔਰ ਇੱਕ ਮਾਡਰਨ ਲਾਈਫ ਸਟਾਈਲ ਵੱਲ ਆਪਣਾ ਪੈਰ ਹੋਏਗਾ। ਤਰੱਕੀ ਜਿਹਨੂੰ ਵਿਕਾਸਸ਼ੀਲ ਇਨਸਾਨ ਕਿਹਾ ਜਾਂਦਾ ਹੈ, ਵਿਕਸਿਤ ਇਨਸਾਨ ਕਿਹਾ ਜਾਂਦਾ ਹੈ, ਉਧਰ ਸਾਡੀ ਜਿਹੜੀ ਇੱਕ ਮੂਵਮੈਂਟ ਹੋਏਗੀ। ਤਾਂ ਇਹ ਸਾਰਾ ਕੁਝ ਕਹਿ ਕੇ ਉਸ ਪੜ੍ਹਾਈ ਵਾਲੀ ਜ਼ੋਨ ਨੂੰ, ਐਜੂਕੇਸ਼ਨ ਨੂੰ ਅਸੀਂ ਐਕਸੈਪਟ ਕੀਤਾ। ਔਰ ਉਸ ਐਜੂਕੇਸ਼ਨ ਨੂੰ ਲੈਣ ਤੋਂ ਬਾਅਦ ਅਸੀਂ ਇੱਕ ਨਿਊਕਲੀਅਰ ਇੱਕ ਛੋਟੇ ਗਰੁੱਪ 'ਚ ਵੰਡੇ ਗਏ ਜਿਹਨੂੰ ਅਸੀਂ 5 ਤੋਂ 6 ਮੈਂਬਰ ਕਹਿ ਦਿੰਦੇ ਹਾਂ। ਜਾਂ ਅੱਛਾ, ਉਹ 5 ਤੋਂ 6 ਤੋਂ ਬਾਅਦ ਅਗਲੀ ਜਿਹੜੀ ਸਾਡੀ ਉਪਲਬਧੀ ਹੋਈ ਕਿ ਅਸੀਂ ਨਿਊਕਲੀਅਰ ਫੈਮਿਲੀ 'ਚ ਕਨਵਰਟ ਹੋ ਗਏ। ਠੀਕ ਹੈ, ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਕਿ ਪਿਛਲੇ 40-50 ਸਾਲ ਦੇ ਵਿੱਚ 25 ਤੋਂ 30 ਦੇ ਗਰੁੱਪ 'ਚੋਂ ਟੁੱਟ ਕੇ ਅਸੀਂ 5 ਤੋਂ 6 'ਚ ਆਏ। ਹੁਣ ਜੋ ਅੱਜ ਦੇ ਹਾਲਾਤ ਨੇ ਉਹਦੇ 5 ਤੋਂ 6 ਵਾਲਾ ਗਰੁੱਪ ਹੈ, ਹਰ ਫੈਮਿਲੀ ਦਾ ਸਟਰਕਚਰ ਹੈ 4-5-6 4-5-6। ਅੱਜ ਦੇ ਉਹਦੇ 4-5-6 ਵਾਲਾ ਸਟਰਕਚਰ ਹੈ, ਉਹਦੇ 'ਚੋਂ 2 ਤੋਂ 3 ਮੈਂਬਰ ਹਰ ਘਰ 'ਚ ਨੇ ਜਿਹੜੇ 100% ਪੇਸ਼ੈਂਟ 'ਚ ਕਨਵਰਟ ਹੋ ਗਏ ਨੇ। ਇਹ ਸਹੀ ਗੱਲ ਹੈ ਸਰ, ਇਹ ਰੇਸ਼ੋ ਬਿਲਕੁਲ ਤੁਹਾਡੀ ਸਹੀ ਹੈ। ਠੀਕ ਹੈ, 2 ਤੋਂ 3 ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ 'ਚ ਕਨਵਰਟ ਹੋ ਗਏ ਨੇ। ਹੁਣ ਜਿਹੜੇ ਪੇਸ਼ੈਂਟ 'ਚ ਕਨਵਰਟ ਹੋ ਚੁੱਕੇ ਨੇ ਔਰ ਉਹ 5 ਤੋਂ 6 ਮੈਂਬਰ ਦਾ ਜਿਹੜਾ ਗਰੁੱਪ ਹੈ ਉਹਦਾ ਇੱਕ ਮੁਖੀ ਹੈ। ਹੋ ਸਕਦਾ ਕਿ ਉਹ 2 ਤੋਂ 3 ਜਿਹੜੇ ਪੇਸ਼ੈਂਟ ਵਾਲੀ ਲਿਸਟ ਆ ਉਹਦੇ 'ਚੋਂ ਮੁਖੀਆ ਵੀ ਐਡ ਹੋਵੇ। ਬਿਲਕੁਲ ਹੋਊਗਾ ਸਰ। ਠੀਕ ਹੈ, ਹੁਣ ਇੱਕ ਮੁਖੀ ਹੈ, ਉਹਦੀਆਂ ਜਿੰਨੀਆਂ ਵੀ ਹੈਲਥ ਸੇਵਾਵਾਂ ਨੇ, ਹੈਲਥ ਸਰਵਿਸਿਜ਼ ਨੇ, ਉਹ ਮੁਖੀਆਂ ਦੇ ਮੋਢੇ 'ਤੇ ਹੈ। ਠੀਕ ਹੈ, ਤਾਂ ਅਲਟੀਮੇਟ ਹੋਇਆ ਕਿ ਪੂਰੇ ਪਰਿਵਾਰ ਦਾ ਜਿਹੜਾ ਢਾਂਚਾ ਚਲਾਉਣ ਲਈ ਜਿਹੜਾ ਪ੍ਰੈਸ਼ਰ ਆ ਉਹ ਮੁਖੀਏ 'ਤੇ ਚਲਾ ਗਿਆ। ਹੁਣ ਮੁਖੀਆ ਦੋਨੋਂ ਸਾਈਡ 'ਤੇ ਮੁਖੀਆ ਦਾ ਸੈਂਡਵਿਚ ਬਣ ਗਿਆ। ਸੈਂਡਵਿਚ ਦਾ ਮਤਲਬ ਉਹ ਇਸ ਲਈ ਵੀ ਕੰਮ ਕਰ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਅੱਛਾ ਜੀਵਨ ਦੇਵਾਂ, ਔਰ ਇਸ ਲਈ ਵੀ ਕੰਮ ਕਰ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਅੱਛੀ ਸਿਹਤ ਦੇਵਾਂ। ਠੀਕ ਆ, ਹੁਣ ਘਰ ਦੇ ਵਿੱਚ ਜਿਹੜਾ ਸਟਰਕਚਰ ਹੁੰਦਾ ਹੈ, ਜੇ 5 ਮੈਂਬਰ ਦੀ ਗੱਲ ਕਰ ਰਹੇ 6 ਦੀ, ਉਹ 'ਚ ਹਸਬੈਂਡ ਵਾਈਫ, 2 ਬੱਚੇ ਤੇ 2 ਬਜ਼ੁਰਗ।
ਹੁਣ ਦੋ ਬਜ਼ੁਰਗ ਨੇ ਉਹ ਕੰਮ ਨਹੀਂ ਕਰ ਸਕਦੇ, ਦੋ ਬੱਚੇ ਉਹ ਕੰਮ ਨਹੀਂ ਕਰ ਸਕਦੇ, ਹਸਬੰਡ ਵਾਈਫ ਦੇ ਵਿੱਚੋਂ ਜਾਂ ਤਾਂ ਵਾਈਫ ਕੰਮ ਕਰ ਰਹੀ ਹੈ ਜਾਂ ਹਸਬੰਡ ਕੰਮ ਕਰ ਰਿਹਾ ਜਾਂ ਦੋਵੇਂ ਕੰਮ ਕਰ ਰਹੇ ਆ, ਇਹ ਬਹੁਤ ਰੇਅਰ ਹੈ ਜੀ। ਠੀਕ ਹੈ, ਲੇਕਿਨ ਇੱਕ ਮੋਸਟਲੀ 80-90% ਰੇਸ਼ੋ ਹੈਗੀ ਕਿ ਇੱਕ ਮੈਂਬਰ ਮੁਖੀਆ ਕੰਮ ਕਰ ਰਿਹਾ ਹੈਗਾ। ਠੀਕ ਆ, ਹੁਣ ਅਲਟੀਮੇਟ 5 ਦੇ 5 ਮੈਂਬਰਾਂ ਦੀ ਜ਼ਿੰਮੇਵਾਰੀ ਇੱਕ ਮੁਖੀਆ ਤੇ ਟ੍ਰਾਂਸਫਰ ਹੋ ਗਈ ਹੈ ਔਰ ਮੁਖੀਆ ਸਟ੍ਰੈਸਡ ਹੈ, ਉਹਦਾ ਸੈਂਡਵਿਚ ਬਣ ਗਿਆ ਹੈ, ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਪਣੇ ਬੱਚਿਆਂ ਦੀ ਅੱਛੀ ਦੇਖਭਾਲ ਲਈ ਕੰਮ ਕਰਾਂ, ਬੁੱਢੇ ਮਾਪੇ ਦੀ ਦੇਖਭਾਲ ਲਈ ਕੰਮ ਕਰਾਂ, ਬੱਚੇ ਦੀ ਐਜੂਕੇਸ਼ਨ ਲਈ ਕੰਮ ਕਰਾਂ, ਜਾਂ ਅੱਛੇ ਕਿਚਨ ਦੇ ਲਈ ਜੋ ਸਾਜੋ ਸਮਾਨ ਖਰੀਦਣਾ ਉਹਦੇ ਲਈ ਕੰਮ ਕਰਾਂ, ਜਾਂ ਅੱਛਾ ਡਾਕਟਰ ਲੱਭਾਂ ਉਹਦੀਆਂ ਸਰਵਿਸਿਜ਼ ਲਈ ਕੰਮ ਕਰਾਂ, ਕਿਹਦੇ ਲਈ ਕੰਮ ਕਰਾਂ। ਇਹ ਸਾਰੇ ਦਾ ਸਾਰਾ ਸਟ੍ਰੈਸ ਆ ਪੂਰਾ ਮੁਖੀਆ 'ਤੇ ਟ੍ਰਾਂਸਫਰ ਹੋ ਗਿਆ। ਜਦੋਂ ਮੁਖੀਆ ਟ੍ਰਾਂਸਫਰ ਹੋ ਗਿਆ, ਔਰ ਇੱਥੇ ਹਮੇਸ਼ਾ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਆਪਣੀ ਸਾਇੰਸ ਕਲਾਸਿਸ 'ਚ ਵੀ ਕਿ ਅੱਜ ਦੇ ਸਮੇਂ 'ਚ ਸਭ ਤੋਂ ਪਹਿਲਾਂ ਉਹਦਾ ਅਸਲੀ ਰੱਬ ਪਹਿਚਾਣੋ। ਅਸਲੀ ਰੱਬ ਕੌਣ ਆ ਤੁਹਾਡੇ ਘਰ ਦਾ? ਠੀਕ ਹੈ, ਇੱਕ ਰੱਬ ਉਹ ਆ ਜਿਹੜਾ ਵਰਚੁਅਲੀ ਅਸੀਂ ਗੱਲਾਂ 'ਚ ਸੁਣਿਆ ਔਰ ਗੱਲਾਂ 'ਚ ਮੰਨਿਆ ਤੇ ਮਹਿਸੂਸ ਕੀਤਾ। ਇੱਕ ਰੱਬ ਉਹ ਆ ਜੋ ਉਸ ਪੂਰੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸਾਡੇ ਸਾਹਮਣੇ ਸਰੀਰਕ ਤੌਰ ਤੇ ਸਾਡੇ ਸਾਹਮਣੇ ਖੁਰਿਆ ਹੈ, ਜਿਹਦਾ ਸਾਡੇ ਸਾਹਮਣੇ ਹੀ ਸਰੀਰ ਢਲਿਆ, ਜਿਹਦਾ ਸਾਡੇ ਸਾਹਮਣੇ ਸਾਡੇ ਲਈ ਹੀ ਬਾਡੀ ਲੈਂਗੁਏਜ ਉਹਦੀ ਵੀਕ ਹੋਈ ਹੈ, ਜਿਹੜਾ ਸਾਡੇ ਸਾਹਮਣੇ ਹੀ ਬਜ਼ੁਰਗ ਹੋਇਆ ਹੈ, ਜਿਹਦਾ ਸਾਡੇ ਸਾਹਮਣੇ ਹੀ ਖੂਨ ਘਟਿਆ, ਜਿਹਦਾ ਸਾਡੇ ਸਾਹਮਣੇ ਹੀ ਹੱਡੀ ਕਮਜ਼ੋਰੀ, ਜਿਹਦਾ ਸਾਡੇ ਸਾਹਮਣੇ ਹੀ ਮਸਲ ਕਮਜ਼ੋਰ ਹੋਇਆ, ਜਿਹੜਾ ਸਾਡੇ ਸਾਹਮਣੇ ਹੀ ਆਪ ਅੱਧੀ ਖਾ ਕੇ ਸਾਨੂੰ ਪੂਰੀ ਖਵਾਉਂਦਾ ਰਿਹਾ, ਜਿਹੜਾ ਸਾਡੇ ਸਾਹਮਣੇ ਹੀ ਆਪ ਪੁਰਾਣੇ ਪਾ ਕੇ ਸਾਨੂੰ ਨਵੇਂ ਪਾਉਂਦਾ ਰਿਹਾ, ਉਹ ਰੱਬ ਲੱਭੋ ਕਿਹੜਾ ਸੀ ਤੁਹਾਡਾ? ਉਹ ਸੀ ਸਾਡੇ ਘਰ ਦਾ ਮੁਖੀਆ। ਅੱਛਾ, ਇੱਕ ਚੀਜ਼ ਮੈਂ ਹੋਰ ਵੀ ਕੈਮਰੇ ਰਾਹੀਂ ਮੈਂ ਦੱਸਣਾ ਚਾਹੂੰਗਾ ਦਰਸ਼ਕਾਂ ਨੂੰ, ਇਸ ਧਰਤੀ ਤੇ ਉਹ ਇੱਕ ਮਾਤਰ ਇੱਕ ਹੀ ਇਨਸਾਨ ਹੋਏਗਾ ਤੁਹਾਡੇ ਕੋਲ ਜਿਹੜਾ ਇੰਨਾ ਬਲੀਦਾਨ ਦੇਣ ਦਾ ਦਮ ਰੱਖਦਾ ਹੋਏਗਾ। ਉਹਨੂੰ ਛੱਡ ਦਿਓ, ਪੂਰੀ ਧਰਤੀ ਗਾ ਲਿਓ ਜੇ, ਘੁੰਮ ਲਿਓ ਜੇ, ਇਸ ਤਰ੍ਹਾਂ ਦੀ ਡੈਡੀਕੇਸ਼ਨ ਵਾਲਾ ਦੂਸਰਾ ਚਿਹਰਾ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਾ, ਜਿਹੜਾ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ। ਦੇਖੋ, ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਦੋਂ ਅਸੀਂ ਅਨਮੈਰਿਡ ਹੁੰਦੇ ਹਾਂ ਨਾ, ਉਦੋਂ ਅਸੀਂ ਕਿਸੇ ਦੀ ਗੱਲ ਵੀ ਨਹੀਂ ਸਹਿੰਦੇ। ਠੀਕ ਹੈ, ਉਦੋਂ ਅਸੀਂ ਆਪਣੇ ਪੇਰੈਂਟਸ ਦੀ ਵੀ ਗੱਲ ਨਹੀਂ ਸਹਿੰਦੇ, ਸਿੱਧੇ ਹੋ ਜਾਂਦੇ ਹਾਂ। ਔਰ ਜਦੋਂ ਅਸੀਂ ਮੈਰਿਡ ਹੋ ਜਾਂਦੇ ਹਾਂ, ਉਦੋਂ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ 'ਤੇ ਹੁੰਦੀ ਹੈ, ਤੁਸੀਂ ਘਰ ਦੇ ਮੁਖੀਆ ਹੁੰਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਜੌਬ ਜੁਆਇਨ ਕਰਦੇ ਹੋ ਨਾ, ਤੇ ਬੌਸ ਦੇ ਥੱਪੜ ਕੀ ਬੌਸ ਦੀਆਂ ਗਾਲਾਂ ਵੀ ਸਹਿਣੀਆਂ ਪੈਂਦੀਆਂ ਨੇ। ਪਤਾ ਹੈ ਜੇ ਬੌਸ ਨੂੰ ਉਲਟਾ ਜਵਾਬ ਦਿੱਤਾ, ਨੌਕਰੀ ਕੱਢ ਕੇ ਬਾਹਰ ਮਾਰੇਗਾ, 30-40 ਹਜ਼ਾਰ ਦਾ ਸਰਕਲ ਰੁਕ ਜਾਣਾ, ਬੱਚੇ ਦੀ ਫੀਸ ਕਿੱਥੋਂ ਜਾਏਗੀ, ਘਰ ਦੀ ਖਰਚਾ ਕਿੱਥੋਂ ਚੱਲੇਗਾ। ਇਹ ਆਪਣੇ ਆਪ 'ਚ ਇੱਕ ਬਲੀਦਾਨ ਦਾ ਕੰਮ ਹੁੰਦਾ ਹੈ ਕਿ ਤੁਸੀਂ ਸਭ ਕੁਝ ਸਹਿਣਾ ਸ਼ੁਰੂ ਕਰ ਲਿਆ, ਔਰ ਉਹ ਜੇ ਮੁਖੀਆ ਇੰਨਾ ਕੁਝ ਬਾਹਰ ਸਹਿ ਰਿਹਾ ਹੈ ਤਾਂ ਉਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸਹਿ ਰਿਹਾ ਹੁੰਦਾ। ਬਾਅਦ 'ਚ ਅਸੀਂ ਕਿਸੇ ਦੀ ਗੱਲ 10 ਗੱਲਾਂ ਵੀ ਸਹਿਣੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਇਸ ਰੂਪ 'ਚ ਹੈ ਕਿ ਸਾਡੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ, ਤਰੱਕੀ ਲਈ ਇੱਕ ਮੈਂਬਰ ਖੁਰ ਗਿਆ, ਕਿਉਂਕਿ ਅਸੀਂ ਉਹਦੇ ਕਾਲਿਆਂ ਤੋਂ ਚਿੱਟੇ ਹੁੰਦੇ ਦੇਖ ਲਏ, ਉਹਦੇ ਢਲਦੇ ਮਸਲ ਦੇਖ ਲਏ, ਉਹਦੀ ਕਮਜ਼ੋਰ ਹੁੰਦੀ ਨਜ਼ਰ ਦੇਖ ਲਈ, ਉਹਦੀਆਂ ਮੱਥੇ ਦੀਆਂ ਤਿਉੜੀਆਂ ਔਰ ਫੇਸ 'ਤੇ ਝੁਰੜੀਆਂ ਦੇਖ ਲਈਆਂ, ਉਹਨੂੰ ਘੱਟ ਸੁਣਨਾ ਦੇਖ ਲਿਆ, ਉਹਨੂੰ ਘੱਟ ਪਚਣਾ ਦੇਖ ਲਿਆ, ਉਹਨੂੰ ਕਈ ਤਰ੍ਹਾਂ ਦੇ ਰੋਗ ਦੇਖ ਲਏ। ਠੀਕ ਹੈ, ਉਹਦਾ ਰੰਗ ਰੂਪ ਢਲਦਾ ਦੇਖ ਲਿਆ। ਇੰਨਾ ਕੁਛ ਕੌਣ ਕਿਸੇ ਲਈ ਨਿਸ਼ਾਵਰ ਕਰਦਾ? ਇਹ ਪਰਸਨੈਲਿਟੀ ਇੱਕ ਹੀ ਹੁੰਦੀ ਹੈ। ਤਾਂ ਇਸ ਕਰਕੇ ਸਾਡੇ ਘਰ ਦਾ ਜਿਹੜਾ ਪਹਿਲਾ ਰੱਬ ਹੈ ਉਹ ਸਾਡਾ ਮੁਖੀ ਹੈ। ਇਹ ਸ਼ਬਦ, ਇਹ ਕਾਉਂਸਲਿੰਗ ਅਸੀਂ ਇਸ ਕਰਕੇ ਕਰਦੇ ਹੁੰਦੇ ਹਾਂ ਵੀ ਅਸੀਂ ਉਸ ਮੁਖੀਏ ਦਾ ਜੇ ਸਾਥ ਨਹੀਂ ਦੇ ਸਕਦੇ, ਉਹਦੀ ਇਨਕਮ ਦੇ ਵਿੱਚ ਜਾਂ ਉਹਦੀ ਇਨਕਮ ਸੋਰਸ ਨੂੰ ਵਧਾਉਣ ਦੇ ਵਿੱਚ, ਕਮ ਸੇ ਕਮ ਉਹਦੇ ਲਾਈਫ ਸਟਾਈਲ ਨੂੰ ਦੇਖਦੇ ਹੋਏ ਉਹਦੇ ਸਰੀਰਕ ਹਾਲਾਤ ਬਿਹਤਰ ਕਰਨ ਦੇ ਲਈ ਅਸੀਂ ਉਹਦੀ ਸਪੋਰਟ ਕਰ ਸਕਦੇ ਹਾਂ। ਠੀਕ ਹੈ, ਕਹਿਣ ਦਾ ਮਤਲਬ ਹੈਗਾ ਹੈ ਕਿ ਜੇ ਘਰ ਦੇ ਵਿੱਚ ਦੋ ਬਜ਼ੁਰਗ ਬੈਠੇ ਨੇ ਜਾਂ ਘਰ ਦੇ ਬਾਕੀ ਦੇ ਮੈਂਬਰ ਨੇ, ਅਗਰ ਉਹ ਨੈਚੁਰਲ ਹੈਲਥ ਸਾਇੰਸ ਦਾ ਗਿਆਨ ਨਾਲ ਜੁੜ ਜਾਂਦੇ ਨੇ ਤਾਂ ਬਹੁਤ ਸਾਰੇ ਰੋਗ ਨੇ ਜਿਹੜੇ ਉਹ ਆਪਣਾ ਗਿਆਨ ਵਧਾ ਕੇ ਠੀਕ ਕਰ ਸਕਦੇ ਆ, ਖੁਦ ਹੀ ਠੀਕ ਕਰ ਸਕਦੇ। ਤਾਂ ਉਹ ਮੁਖੀ ਦਾ ਦਬਾਅ ਘਟ ਗਿਆ, ਪ੍ਰੈਸ਼ਰ ਘਟ ਗਿਆ। ਦੂਸਰੀ ਚੀਜ਼, ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਸਾਡੇ ਘਰ ਦਾ ਪਹਿਲਾ ਰੱਬ ਹੈ। ਜੇ ਉਹ ਜ਼ਿਆਦਾ ਬੋਲਦਾ ਹੈ, ਜ਼ਿਆਦਾ ਸਾਨੂੰ ਗੁੱਸਾ ਵੀ ਆਏਗਾ, ਸਹਿਣਾ ਸਾਡਾ ਫਰਜ਼ ਹੈ, ਕਿਉਂਕਿ ਸਾਡੇ ਲਈ ਉਹ ਵੀ ਢਲਿਆ ਹੈ। ਠੀਕ ਹੈ, ਤਾਂ ਉਹਦਾ ਜਿਹੜਾ ਸਵਾਸਥ ਹੈ, ਔਰ ਸਵਾਸਥ 'ਚ ਜਦੋਂ ਗੱਲ ਆਉਂਦੀ ਹੈ, ਸਿਹਤ ਦੀ ਗੱਲ ਆਉਂਦੀ, ਤਾਂ ਮੈਂ ਗੱਲ ਸਰੀਰਕ ਨਹੀਂ ਕਰ ਰਿਹਾ। ਸਿਹਤ ਸ਼ੁਰੂ ਹੁੰਦੀ ਹੈ ਇੱਥੋਂ, ਮਾਈਂਡ ਤੋਂ। ਠੀਕ ਹੈ, ਫਿਜ਼ੀਕਲੀ ਬਾਅਦ 'ਚ ਆਉਂਦਾ ਹੈ। ਹਾਂ, ਸਭ ਤੋਂ ਪਹਿਲਾਂ ਤੁਹਾਡੀ ਮਾਨਸਿਕ ਸਿਹਤ ਹੈ। ਔਰ ਅਸੀਂ ਅਕਸਰ ਸੈਮੀਨਾਰ ਦੇ ਵਿੱਚ ਇਹ ਚੀਜ਼ ਕਹਿੰਦੇ ਹੁੰਦੇ ਹਾਂ, ਲੋਕ ਕਈ ਵਾਰੀ ਇਸ ਨੂੰ ਕਮੇਡੀ 'ਚ ਵੀ ਲੈ ਲੈਂਦੇ ਆ ਕਿ ਹਮੇਸ਼ਾ
ਜਦੋਂ ਰੋਟੀ ਵਾਲੀ ਥਾਲੀ ਆਉਂਦੀ ਨਾ ਮੁਖੀਏ ਦੇ ਅੱਗੇ, ਥਾਲੀ 'ਚ ਤਾਂ ਰੋਟੀਆਂ 2 ਹੁੰਦੀਆਂ ਨੇ, ਸੁਨੇਹੇ ਨਾਲ 4 ਹੁੰਦੇ ਨੇ ਜੀ ਵੀ ਆਹ ਰੋਟੀ ਖਾ ਲਓ ਤੇ ਸਿਲੰਡਰ ਮੁੱਕਣ ਵਾਲਾ ਹੈ। ਠੀਕ ਹੈ ਜੀ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ, ਹਾਂਜੀ ਆਹ ਰੋਟੀ ਖਾ ਲਓ, ਬਿਜਲੀ ਦਾ ਬਿੱਲ ਵੀ ਆ ਗਿਆ, ਆ ਗਿਆ ਆਹ ਰੋਟੀ ਖਾ ਲਓ, ਬੱਚਿਆਂ ਦਾ ਨੋਟਸ ਵੀ ਆ ਗਿਆ ਫੀਸ ਵਾਲਾ, ਹਾਂਜੀ ਆਹ ਰੋਟੀ ਖਾ ਲਓ, ਵਿਆਹ ਦਾ ਸੱਦਾ ਵੀ ਆਉਣ ਵਾਲਾ ਹੈ। ਮਤਲਬ ਸਲਾਦ ਦੀ ਜਗ੍ਹਾ ਇਹ ਚੀਜ਼ਾਂ ਨਾਲ ਹੁੰਦੀਆਂ। ਤਾਂ ਨੈਚੁਰਲ ਹੈਲਥ ਸਾਇੰਸ ਦੇ ਵਿੱਚ 5000 ਸਾਲ ਪਹਿਲਾਂ ਗ੍ਰੰਥਾਂ 'ਚ ਲਿਖਿਆ ਗਿਆ ਸੀ ਕਿ ਇਨਸਾਨ ਜਿਹੜੇ ਮੂਡ ਦੇ ਵਿੱਚ ਰੋਟੀ ਖਾਏਗਾ ਔਰ ਉਹ ਮੂਡ ਦੇ ਮੁਤਾਬਕ ਉਹ ਅਲੱਗ-ਅਲੱਗ ਅੰਗਾਂ ਦੇ ਉੱਤੇ ਪ੍ਰਭਾਵ ਪਾਏਗਾ। ਰੋਟੀ ਖਾਣ ਤੋਂ ਹੀ ਪ੍ਰਭਾਵ ਪੈਂਦਾ ਯੈਸ, ਜੀ। ਤੁਸੀਂ ਰੋਟੀ ਚਾਹੇ ਬਹੁਤ ਅੱਛੇ ਪਕਵਾਨ ਦੇ ਰੂਪ 'ਚ ਖਾਧੀ ਆ, ਆਰਗੈਨਿਕ ਖਾਧੀ ਆ, ਦੇਸੀ ਘਿਓ ਨਾਲ ਖਾਧੀ ਆ, ਪਿੱਤਲ ਦੇ ਭਾਂਡੇ 'ਚ ਖਾਧੀ ਆ, ਪਿੱਤਲ ਦੇ ਭਾਂਡੇ 'ਚ ਬਣਾਈ ਸੀ, ਚੰਗੀ ਆਰਗੈਨਿਕ ਜ਼ਮੀਨ ਦੀ ਪੈਦਾ ਹੋਈ ਸੀ, ਬਿਨਾਂ ਰੇਹ ਸਪਰੇਅ ਤੋਂ ਬਣਾਈ ਸੀ ਔਰ ਲੱਕੜ ਦੀ ਅੱਗ ਨਾਲ ਪਕਾਈ ਸੀ, ਚੁੱਲ੍ਹੇ ਤੇ ਪਕਾਈ ਸੀ। ਖਾਣ ਟਾਈਮ ਜੇ ਤੁਹਾਨੂੰ ਗੁੱਸਾ ਆਇਆ ਹੋਇਆ ਹੈ, ਤੁਸੀਂ ਰੋਟੀ ਖਾਂਦੇ ਹੋ, ਉਹ ਸਾਰਾ ਐਫਰਟ ਜ਼ਹਿਰ 'ਚ ਕਨਵਰਟ ਹੋ ਜਾਂਦਾ ਹੈ ਬੋਡੀ ਦੇ ਅੰਦਰ ਜਾ ਕੇ। ਇੰਨਾ ਸਰ ਡੂੰਘਾ ਇਫੈਕਟ ਪੈਂਦਾ ਹੈ ਜੀ ਜੀ, ਇਹ ਤਾਂ ਸਰ ਪਤਾ ਹੀ ਨਹੀਂ, ਮੈਨੂੰ ਲੱਗਦਾ ਕਿ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਨੈਚੁਰਲੀ। ਔਰ ਇਹ ਮੇਰੇ ਵਰਗੇ ਹੋਣਗੇ ਸਰੋਤੇ ਜਿਹੜੇ ਸੁਣ ਰਹੇ ਨੇ। ਜੀ ਜੀ ਜੀ, ਜਦੋਂ ਅਸੀਂ ਰੋਟੀ ਨੂੰ, ਜਦੋਂ ਅਸੀਂ ਫੂਡ ਨੂੰ, ਖਾਣੇ ਨੂੰ ਅਲੱਗ-ਅਲੱਗ ਮੂਡ 'ਚ ਖਾਂਦੇ ਆ, ਜੀ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਗੁੱਸੇ ਦੇ ਵਿੱਚ ਰੋਟੀ ਖਾਓ, 3 ਦਿਨ ਖਾਓ, ਚੌਥੇ ਦਿਨ ਤੁਹਾਨੂੰ ਕਬਜ਼ ਹੋਣੀ ਹੀ ਹੋਣੀ, ਔਰ ਉਹ ਕਬਜ਼ ਹੋਊਗੀ ਜਿਹੜੀ ਕਿਸੇ ਦਵਾਈ ਨਾਲ ਠੀਕ ਨਹੀਂ ਹੋਣੀ। ਅੱਛਾ, ਇਹਦਾ ਇਫੈਕਟ ਵੀ ਹੈਗਾ ਜੀ? ਜੀ ਜੀ, ਨਾਲ ਦੀ ਨਾਲ ਹੈ ਜੀ ਠੀਕ ਹੈ। ਤੁਸੀਂ ਡਰ 'ਚ ਰੋਟੀ ਖਾਓਗੇ ਤਾਂ ਤੁਹਾਡੀ ਕਿਡਨੀ ਤੇ ਇਫੈਕਟ ਜਾਂਦਾ ਹੈ। ਠੀਕ ਹੈ ਜੀ। ਠੀਕ ਹੈ, ਤੁਸੀਂ ਚਿੰਤਾ 'ਚ ਰੋਟੀ ਖਾਓਗੇ ਤਾਂ ਤੁਹਾਡੇ ਫੇਫੜੇ ਜਿਹੜੇ ਉਹਨਾਂ ਤੇ ਇਫੈਕਟ ਜਾਂਦਾ ਹੈ। ਠੀਕ ਹੈ ਸਰ। ਠੀਕ ਹੈ, ਤੁਸੀਂ ਇੱਕ ਸਟ੍ਰੈਸ ਦੇ ਵਿੱਚ ਜਾਂ ਕਿਸੇ ਦਬਾਅ 'ਚ ਰੋਟੀ ਖਾ ਰਹੇ ਹੋ ਤਾਂ ਉਹ ਜਿਹੜਾ ਇਫੈਕਟ ਹੈਗਾ ਉਹ ਤੁਹਾਡੇ ਨਰਵਸ ਸਿਸਟਮ ਔਰ ਦਿਲ ਦੀਆਂ ਜਿੰਨੀਆਂ ਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈਗਾ। ਅੱਛਾ ਸਰ ਜੀ। ਸੋ ਇਹ ਹੁਣ ਅਗਰ ਸਾਨੂੰ ਇਹ ਬੇਸਿਕ ਗਿਆਨ ਆ ਜਾਵੇ, ਹੁਣ ਸਾਨੂੰ ਪਤਾ ਹੈ ਕਿ ਮੁਖੀਆ ਰੋਟੀ ਖਾ ਰਿਹਾ, ਸਾਡੇ ਘਰ ਦਾ ਰੱਬ ਹੈ, ਹਾਂਜੀ ਇਹਨੂੰ ਅੱਜ ਹੀ ਅੱਖਾਂ ਬੰਦ ਕਰ ਜਾਵੇ ਹਾਂਜੀ ਤੇ ਸਾਡੇ ਘਰ 'ਚ ਉਥਲ ਪੁਥਲ ਮੱਚ ਜਾਣੀ ਹੈ। ਮੱਚ ਜੂਗੀ ਸਰ ਬਿਲਕੁਲ। ਜੋ ਉਹ ਲਿਆ ਰਿਹਾ ਹੈ ਆਪਦੇ ਕੰਮ ਦਾ ਰਿਜ਼ਲਟ ਪੈਸੇ ਦੇ ਰੂਪ 'ਚ, ਉਹ ਤਾਂ ਲਿਆ ਹੀ ਰਿਹਾ। ਅਗਰ ਅਸੀਂ ਉਹਦੇ ਅੰਦਰ ਊਰਜਾ ਵਧਾਉਣੀ ਹੈ, ਸਭ ਤੋਂ ਪਹਿਲਾਂ ਉਹਨੂੰ ਰੋਟੀ ਖਾਣ ਦਾ ਤਰੀਕਾ ਬੈਸਟ ਕਰ ਦਈਏ। ਇਹ ਤਾਂ ਸਾਡੇ ਹੱਥ 'ਚ ਆ ਨਾ। ਬਿਲਕੁਲ ਸਰ। ਠੀਕ ਹੈ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਉਹਨੂੰ ਹਰ ਤਰ੍ਹਾਂ ਦਾ ਅੱਛਾ ਪਕਵਾਨ ਦਿਓ, ਲੇਕਿਨ ਜਿੰਨਾ ਦਿਓ ਉਹਦੀ ਮਾਨਸਿਕਤਾ ਔਰ ਮਨੋ ਦਿਸ਼ਾ ਨੂੰ ਧਿਆਨ 'ਚ ਰੱਖ ਕੇ ਖਵਾ ਦਿਓ। ਜੀ ਜਦੋਂ ਤੁਸੀਂ ਉਹਨੂੰ ਚੰਗੇ ਮੂਡ ਦੇ ਵਿੱਚ ਰੋਟੀ ਖਵਾ ਦੋਗੇ, ਖੁਸ਼ੀ-ਖੁਸ਼ੀ ਖਿਲਾ ਦੋਗੇ, ਤਾਂ ਜਿੱਥੇ ਵੀ ਐਫਰਟ ਲਗਾ ਰਿਹਾ ਜੀ ਉਹ ਆਪਣੀ ਹੈਸੀਅਤ ਨਾਲੋਂ ਜ਼ਿਆਦਾ ਲਗਾਏਗਾ, ਕਿਉਂਕਿ ਉਹਦੀ એનર્ਜੀ ਬੂਸਟ ਅਪ ਹੋ ਜਾਂਦੀ ਹੈ। ਇੱਕ ਘਰ ਦੇ ਵਿੱਚ ਜਿਹੜਾ ਮੁਖੀਆ ਹੁੰਦਾ ਹੈ, ਉਹ ਜਦੋਂ ਦੁਨੀਆ ਦੇ ਵਿੱਚ ਵਿਚਰ ਰਿਹਾ ਹੁੰਦਾ, ਜੀ ਉਹ ਆਪਣਾ ਬੈਸਟ ਹੀ ਕਰ ਰਿਹਾ ਹੁੰਦਾ। ਜੀ ਮੁਖੀਆ ਦੇ ਵਿੱਚ ਫੀਮੇਲ ਵੀ ਹੋ ਸਕਦੀ ਹੈ, ਮੇਲ ਵੀ ਹੋ ਸਕਦੇ, ਦੋਨੇ ਹੋ ਸਕਦੇ ਨੇ। ਤਾਂ ਜ਼ਰੂਰੀ ਹੈ ਕਿ ਅਸੀਂ ਇੱਕ ਮੁਖੀਆ ਦੀ ਜਿਹੜੀ ਮਨੋਦਸ਼ਾ ਹੈ ਉਹਨੂੰ ਮੁੱਖ ਰੱਖਦੇ ਹੋਈਏ ਜਿਹੜਾ ਰੋਟੀ ਖਵਾਉਣ ਦਾ ਨਿਯਮ ਹੈ, ਉਹਦੀ ਗੱਲ ਕਰਾਂ ਤਾਂ ਰੋਟੀ ਖਾਣ ਦਾ ਸਭ ਤੋਂ ਪਹਿਲਾ ਨਿਯਮ ਹੈਗਾ ਕਿ ਤੁਹਾਡੀ ਚੌਂਕੜੀ ਵੱਜੀ ਹੋਣੀ ਚਾਹੀਦੀ ਹੈ। ਆਸਨ ਜਿਹੜੇ ਆਪਾਂ ਜੀ, ਆਸਨ ਬਿਲਕੁਲ, ਜਿਹੜਾ ਪੋਸਚਰ ਚਾਹੀਦਾ ਸਾਨੂੰ, ਜੀ ਚੌਂਕੜੀ ਵੱਜੀ ਹੋਣੀ ਚਾਹੀਦੀ ਹੈ। ਔਰ ਜਿੱਥੇ ਤੁਸੀਂ ਰੋਟੀ ਖਾ ਰਹੇ ਹੋ ਉੱਥੇ ਅੱਜ ਦੇ ਜ਼ਮਾਨੇ ਦੇ ਨੂੰ ਮੈਂ ਅਗਰ ਐਡ ਕਰਾਂ ਤਾਂ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਤੁਹਾਡੀ ਵਰਕਿੰਗ 'ਚ ਨਹੀਂ ਹੋਣਾ ਚਾਹੀਦਾ, ਲਾਈਕ ਇਹ ਮੋਬਾਈਲ ਔਰ ਟੀਵੀ ਵਗੈਰਾ। ਹਾਂ, ਆਮ ਤੌਰ ਤੇ ਸਰ ਬੱਚੇ ਜਾਂ ਆਪਾਂ ਦੇਖਦੇ ਆ ਆਪਣੇ ਘਰਾਂ ਦੇ ਵਿੱਚ ਕਿ ਬੱਚੇ ਸਾਹਮਣੇ ਕਾਰਟੂਨ ਵਗੈਰਾ ਲੱਗੇ ਹੁੰਦੇ, ਬੱਚੇ ਰੋਟੀ ਖਾ ਰਹੇ ਵਿਕਾਸ ਨਹੀਂ ਨਾ ਹੋ ਰਿਹਾ ਫਿਰ ਜਾਂ ਬੱਚੇ। ਕਈ ਵਾਰ ਬੱਚੇ ਨੂੰ ਰੋਟੀ ਖਵਾਉਣ ਦੇ ਲਈ ਇੱਕ ਕੋਈ ਡਿਵਾਈਸ ਦੇ ਦਿੱਤੀ ਜਾਂਦੀ ਹੈ, ਸਪੋਜ਼ ਫੋਨ, ਕਿ ਉਹਦੇ ਧਿਆਨ ਲੱਗ ਕੇ ਉਹਦੇ ਲਾਲਚ ਦੇ ਵਿੱਚ ਆਣ ਕੇ ਰੋਟੀ ਖਾ ਲੈਂਦੇ ਆ। ਤਾਂ ਮਤਲਬ ਸਰ ਇਹ ਫਿਰ ਤਾਂ ਬਹੁਤ ਗਲਤ ਚੀਜ਼ ਹੈ। ਉਹ ਬਹੁਤ ਮਾਰੂ ਪ੍ਰੈਕਟਿਸ ਨੇ, ਜਿਹੜੀ ਪ੍ਰੈਕਟਿਸ ਅਸੀਂ ਚਲੇ ਗਏ ਜੀ ਮਾਰੂ, ਜੀ ਉਹ 'ਚ ਕੋਈ ਵਿਕਾਸ ਨਹੀਂ ਹੋ ਰਿਹਾ ਬੱਚੇ ਦਾ, ਜੀ ਔਰ ਉਹਦਾ ਵੀ ਇਫੈਕਟ ਆਪਾਂ ਦੱਸਦੇ ਹਾਂ। ਰੋਟੀ ਖਾਣ ਦਾ ਜਿਹੜਾ ਤਰੀਕਾ ਹੈ, ਸਭ ਤੋਂ ਪਹਿਲਾਂ ਸਾਨੂੰ ਉਸ ਆਸਨ, ਚੌਂਕੜੀ ਵਾਲੇ ਆਸਨ ਦੇ ਵਿੱਚ ਲਾਗੇ ਤੁਹਾਡੇ ਇਲੈਕਟ੍ਰੋਨਿਕ ਡਿਵਾਈਸ ਕੋਈ ਵਰਕਿੰਗ 'ਚ ਨਹੀਂ ਹੋਣਾ ਚਾਹੀਦਾ। ਪੁਰਾਣੇ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਰੋਟੀ ਖਾਣ ਦੀ ਗੱਲ ਨਹੀਂ ਕਰਨੀ। ਹਾਂਜੀ, ਸੁਣੀ ਹੋਈ ਗੱਲ। ਹਾਂ, ਉਹਦੇ ਪਿੱਛੇ ਸਾਇੰਸ ਆਹੀ ਸੀ ਜਿਹੜੀ ਆਪਾਂ ਹੁਣੇ ਦੱਸੀ ਆ। ਜੀ ਤੁਸੀਂ ਰੋਟੀ ਖਾ ਰਹੇ ਹੋ, ਮੈਂ ਤੁਹਾਨੂੰ ਇਹ ਗੱਲ ਦੱਸੀ ਕਿ ਫਲਾਣਾ ਬੰਦਾ ਅੱਜ ਮੈਨੂੰ ਬਾਹਰ ਮਿਲਿਆ, ਉਹ ਮੈਨੂੰ ਕੌੜਾ ਬੋਲਿਆ, ਉਹਨੂੰ ਤਾਂ ਉਹ ਮੈਨੂੰ ਬਹੁਤ ਗੁੱਸਾ ਆਇਆ। ਮੇਰੀ ਗੱਲ ਸੁਣ ਕੇ, ਕਿਉਂਕਿ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹੈ, ਤੁਹਾਨੂੰ ਵੀ ਗੁੱਸਾ ਆ ਗਿਆ, ਤੁਸੀਂ ਰੋਟੀ ਖਾ ਰਹੇ ਹੋ। ਜੀ ਤਾਂ ਬੋਡੀ ਆਪਣੇ ਮੁਤਾਬਕ ਨਹੀਂ ਚੱਲਣ ਵਾਲੀ, ਬੋਡੀ ਨੇਚਰ ਦੇ ਨਿਯਮ ਮੁਤਾਬਕ ਚੱਲਦੀ ਹੈ, ਕਿਉਂਕਿ ਉਹਨੂੰ ਨੇਚਰ ਨੇ ਬਣਾਇਆ, ਦੁਨਿਆਵੀ ਕਿਸੇ ਸਾਇੰਟਿਸਟ ਨੇ ਨਹੀਂ ਬਣਾਇਆ। ਜੀ ਤਾਂ ਬੋਡੀ ਨੂੰ ਸਿਗਨਲ ਗਿਆ ਕਿ ਤੁਹਾਡਾ ਹੁਣ ਬ੍ਰੇਨ ਗੁੱਸੇ ਨਾਲ ਭਰ ਚੁੱਕਿਆ ਹੈਗਾ, ਤੁਹਾਨੂੰ ਕਿਸੇ ਤੇ ਗੁੱਸਾ ਆ ਰਿਹਾ, ਤੁਹਾਡੀ ਜਿਹੜੇ ਵਿਚਾਰ ਨੂੰ ਡਾਈਵਰਟ ਹੋ ਗਏ ਨੇ ਉਸ ਸਾਈਡ ਨੂੰ,
ਜੀ ਲੇਕਿਨ ਅੰਦਰ ਕੀ ਭੇਜੀ ਹੈ ਤੁਸੀਂ? ਰੋਟੀ। ਰੋਟੀ ਤੇ ਦਿਮਾਗ ਕਿੱਧਰ ਚਲਾ ਗਿਆ ਉਸ ਬੰਦੇ ਬਾਰੇ? ਬੰਦੇ ਬਾਰੇ ਤੁਹਾਡੇ ਅੰਦਰ ਹਾਈਪਰ ਐਕਟੀਵਿਟੀ ਸ਼ੁਰੂ ਹੋ ਗਈਆਂ ਨੇ। ਜੀ ਜਿਹੜੇ ਬਲੱਡ ਸਰਕੂਲੇਸ਼ਨ ਨੇ ਡਾਈਜੈਸਟਿਵ ਸਿਸਟਮ ਵੱਲ ਮੂਵ ਕਰਨਾ ਸੀ ਉਹ ਤੁਹਾਡੇ ਬ੍ਰੇਨ ਨੂੰ ਆ ਗਿਆ। brain, ਹੁਣ ਕਿਵੇਂ ਰੋਟੀ ਡਾਈਜੈਸਟ ਕਰੋਗੇ? ਸਭ ਤੋਂ ਪਹਿਲਾਂ ਤਾਂ ਭੁੱਖ ਖਤਮ ਕਰੇਗੀ ਗੁੱਸਾ। ਜੀ ਇਸੇ ਕਰਕੇ ਸਿਆਣਿਆਂ ਨੇ ਕਿਹਾ ਸੀ ਕਿ ਰੋਟੀ ਖਾਂਦੇ ਹੋਏ ਗੱਲ ਨਹੀਂ ਕਰਨੀ। ਜੀ ਅੱਛਾ ਅੱਜ ਤਾਂ ਗੱਲ ਤਾਂ ਕੋਈ ਕਰਦਾ ਹੀ ਨਹੀਂ, ਹਾਂਜੀ ਕਿਉਂਕਿ ਗੱਲ ਕਰਨ ਲਈ ਇਕੱਠੇ ਹੋਣਾ ਜ਼ਰੂਰੀ ਹੈ, ਇਕੱਠੇ ਕੋਈ ਹੁੰਦਾ ਹੀ ਨਹੀਂ। ਜੀ ਉਹਦੀ ਜਗ੍ਹਾ ਆ ਗਈ ਟੀਵੀ ਆ ਗਿਆ, ਮੋਬਾਈਲ ਆ ਗਿਆ। ਜੀ ਤਾਂ ਅਗਰ ਤੁਸੀਂ ਰੋਟੀ ਖਾਂਦੇ ਖਾਂਦੇ ਮੋਬਾਈਲ ਦੇਖ ਰਹੇ ਹੋ, ਮੋਬਾਈਲ ਦੇ ਵਿੱਚ ਤੁਸੀਂ ਨਿਊਜ਼ ਦੇਖੀ ਫਲਾਣੀ ਜਗ੍ਹਾ ਤੇ ਭੁਚਾਲ ਆਇਆ, ਇੰਨੇ ਬੰਦੇ ਮਰ ਗਏ। ਹੁਣ ਉਹ ਜਿੱਥੇ ਭੁਚਾਲ ਆਇਆ, ਜੋ ਉੱਥੇ ਡੈਥ ਕੇਸ ਹੋਇਆ, ਉਹ ਆਪਣੇ ਹੱਥ ਵਾਸਤੇ ਕੁਝ ਨਹੀਂ, ਜੀ ਲੇਕਿਨ ਤੁਸੀਂ ਇੱਕ ਬੈਡ ਨਿਊਜ਼ ਦੇਖੀ ਹੈ ਕਿ ਤੁਹਾਡੇ ਅੰਦਰ ਵੀ ਉਸ ਤਰ੍ਹਾਂ ਦੀਆਂ ਵਾਈਬ੍ਰੇਸ਼ਨਸ, ਤੁਹਾਡੇ ਅੰਦਰ ਬਲੱਡ ਸਰਕੂਲੇਸ਼ਨ ਬਦਲ ਜਾਂਦਾ ਹੈ। ਜੀ ਤੁਸੀਂ ਚਿੰਤਾ 'ਚ ਜਾ ਸਕਦੇ ਹੋ, ਡਰ 'ਚ ਜਾ ਸਕਦੇ ਹੋ, ਜੀ ਭੈ 'ਚ ਜਾ ਸਕਦੇ ਹੋ। ਤੁਹਾਡੇ ਫੇਫੜੇ, ਤੁਹਾਡੀ ਕਿਡਨੀ, ਤੁਹਾਡੇ ਬਲੱਡ ਸਰਕੂਲੇਸ਼ਨ, ਦਿਲ ਦਾ ਜਿਹੜਾ ਦੌਰਾ ਜਿਹਨੂੰ ਕਹਿੰਦੇ ਆ, ਉਹਦੇ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜੀ ਤਾਂ ਉਹੀ ਖਾਧਾ ਗਿਆ ਖਾਣਾ ਤੁਹਾਡੇ ਲਈ ਜ਼ਹਿਰ ਬਣ ਗਿਆ। ਜੀ ਠੀਕ ਹੈ, ਤਾਂ ਫਸਟ ਆਫ ਆਲ ਅਸੀਂ ਆਪਣੇ ਘਰ ਦੇ ਮੁਖੀ ਦੀ ਹੋਰ ਕਿਸੇ ਐਂਗਲ ਤੋਂ ਸਪੋਰਟ ਨਹੀਂ ਕਰ ਸਕਦੇ। ਤਾਂ ਜਿੰਨੇ ਸੁਨੇਹੇ ਦੇਣੇ ਆ ਚੰਗੇ ਮਾੜੇ, ਜੀ ਉਹ ਰੋਟੀ ਖਵਾਉਣ ਤੋਂ ਬਾਅਦ ਦਿੱਤੇ ਜਾਣ। ਬਾਤ ਤੇ ਜਾ ਸਕਦੇ ਬਿਲਕੁਲ ਇਹ ਤਾਂ ਸਾਡੇ ਹੱਥ 'ਚ ਹੈ। ਬਿਲਕੁਲ ਸਰ, ਇਹ ਤਾਂ ਠੀਕ ਹੈ। ਹੱਥ ਚ ਆ ਜੀ। ਜੇ ਅੱਛਾ ਰੋਟੀ ਖਾਂਦੇ ਟਾਈਮ ਅੱਛੀ ਗੱਲ ਤੁਸੀਂ ਨੂੰ ਸੁਣਾਓ, ਜੀ ਬੁਰੀਆਂ ਗੱਲਾਂ ਦੀ ਲਿਸਟ ਬਾਅਦ ਦੱਸੋ। ਜੀ ਇਹ ਤਾਂ ਗਿਆਨ ਅਸੀਂ ਲੈਣਾ ਨਾ। ਬਿਲਕੁਲ ਸਰ, ਤੁਹਾਡੇ ਘਰ ਦਾ ਮੁਖੀਆ ਤੰਦਰੁਸਤ ਰਵੇ, ਇਹਦਾ ਫਿਕਰ ਤੁਹਾਡੇ ਗਵਾਂਢੀ ਨੂੰ ਨਹੀਂ ਹੈ, ਇਹਦਾ ਫਿਕਰ ਤੁਹਾਨੂੰ ਹੀ ਹੈ। ਠੀਕ ਹੈ, ਤਾਂ ਇਹ ਅੱਜ ਦੇ ਸਮੇਂ 'ਚ ਬੜੀਆਂ ਬੇਸਿਕ ਗੱਲਾਂ ਨੇ, ਜੀ ਲੇਕਿਨ ਇਹਨਾਂ ਦੇ ਰੋਲ ਬਹੁਤ ਵੱਡੇ ਆ। ਜੀ ਠੀਕ ਹੈ, ਤਾਂ ਇਹ ਅਸੀਂ ਆਪਣੀ ਸਾਇੰਸ ਕਲਾਸਾਂ 'ਚ ਲੋਕਾਂ ਨੂੰ ਸਮਝਾਉਂਦੇ ਹਾਂ, ਜਿਹਦਾ ਅਸਰ ਅਸੀਂ ਦੇਖਿਆ। ਇਹਦੇ ਨਾਲ ਰਿਲੇਸ਼ਨ ਬੈਟਰ ਹੋਏ ਲੋਕਾਂ ਦੇ, ਔਰ ਇੱਕ ਅੰਡਰਸਟੈਂਡਿੰਗ ਬਣੀ ਆ, ਔਰ ਸਮਝ ਆਈ ਹੈ ਨੇਚਰ ਦੀ ਉਹ ਸਾਇੰਸ ਕਿ ਚੌਂਕੜੀ ਮਾਰ ਕੇ ਹੀ ਰੋਟੀ ਕਿਉਂ ਖਾਣੀ ਹੈ। ਅੱਛਾ, ਚੌਂਕੜੀ ਤੋਂ ਬਾਅਦ ਦੂਸਰਾ ਸਟੈਪ ਆ ਜਾਂਦਾ ਹੈ ਕਿ ਅਸੀਂ ਇੱਕ ਵਾਰੀ ਅੱਖਾਂ ਬੰਦ ਕਰਕੇ ਹੱਥ ਜ਼ਰੂਰ ਜੋੜਦੇ ਹਾਂ ਰੋਟੀ ਖਾਣ ਤੋਂ ਪਹਿਲਾਂ ਸਰ। ਰੋਟੀ ਖਾਣ ਤੋਂ ਪਹਿਲਾਂ। ਇਹ ਸ਼ੂਗਰ ਦੇ ਰੂਪ ਚ ਸਰ? ਇਹ ਦੋਨੇ ਰੂਪ 'ਚ ਹੀ ਹੈ। ਜੀ ਇਹਨੂੰ ਤੁਸੀਂ ਆਪਾਂ ਸਾਇੰਟਿਫਿਕ ਰੀਜ਼ਨ? ਸਾਇੰਟੀਫਿਕ ਰੀਜ਼ਨ ਵੱਲ ਵੀ ਜਾ ਸਕਦੇ ਹਾਂ, ਔਰ ਇਹਨੂੰ ਆਪਾਂ ਅਧਿਆਤਮਿਕ ਵੱਲ ਨਾਲ ਵੀ ਜੋੜ ਸਕਦੇ ਹਾਂ। ਅਧਿਆਤਮਿਕ ਨਾਲ ਜੋੜਨ ਦਾ ਪਹਿਲਾਂ ਅਕਸਰ ਆਪਾਂ ਕਈ ਜਗ੍ਹਾ ਤੇ ਬਜ਼ੁਰਗਾਂ ਨੂੰ ਰੋਟੀ ਖਾਣ ਤੋਂ ਪਹਿਲਾਂ ਹੱਥ ਜੋੜਦੇ ਦੇਖਦੇ ਹਾਂ, ਅੱਜ ਵੀ ਦੇਖਦੇ ਹਾਂ। ਜੀ ਠੀਕ ਹੈ, ਚਾਹੇ ਉਹ ਗੁਰਦੁਆਰੇ ਜਾਵੇ ਨਾ ਜਾਵੇ, ਲੇਕਿਨ ਉਹਦੀ ਇੱਕ ਹੈਬਿਟ ਹੈ, ਇਹ ਮੈਂ ਦੇਖਿਆ। ਹੁਣ ਉਹਦੇ ਪਿੱਛੇ ਇੱਕ ਸਾਇੰਟੀਫਿਕ ਰੀਜ਼ਨ ਇਹ ਹੁੰਦਾ ਹੈ ਕਿ ਜਦੋਂ ਅਸੀਂ ਖਾਣਾ ਸ਼ੁਰੂ ਕਰਨਾ ਹੈ, ਕਿਉਂਕਿ ਅਸੀਂ ਆਏ ਹੁੰਦੇ ਹਾਂ ਬਾਹਰੀ ਮਾਹੌਲ 'ਚੋਂ, ਦੁਨਿਆਵੀ ਮਾਹੌਲ 'ਚੋਂ ਆਏ ਹਾਂ। ਤੁਸੀਂ ਰਸੋਈ ਵੱਲ ਆਏ, ਤੁਹਾਨੂੰ ਆਵਾਜ਼ ਪਈ ਰੋਟੀ ਪਾ ਕੇ ਰੋਟੀ ਖਾ ਲਓ। ਹੁਣ ਸਾਡੇ ਬ੍ਰੇਨ ਦੇ ਅੰਦਰ ਦੁਨੀਆ ਚੱਲ ਰਹੀ ਹੁੰਦੀ, ਕਿਚਨ ਨਹੀਂ ਚੱਲ ਰਿਹਾ ਹੁੰਦਾ। ਦੁਨੀਆ ਸਰ। ਠੀਕ ਹੈ, ਦੁਨੀਆ ਚੱਲ ਰਹੀ ਹੁੰਦੀ ਹੈ। ਜਦੋਂ ਅਸੀਂ ਥਾਲੀ ਵੱਲ ਦੇ ਕੋਲ ਬੈਠਣਾ ਹੈ, ਚੌਂਕੜੀ ਮਾਰਨੀ ਹੈ, ਸਭ ਤੋਂ ਪਹਿਲਾਂ ਅਸੀਂ ਆਪਣੇ ਬਾਡੀ ਦੇ ਟੈਂਪਰੇਚਰ ਨੂੰ ਨਿਊਟਰਲ ਕਰਨਾ ਹੁੰਦਾ, ਨਾਰਮਲ ਕਰਨਾ ਹੁੰਦਾ ਸਥਿਤੀ, ਚਾਹੇ ਉਹ ਮਾਨਸਿਕ ਹੈ ਚਾਹੇ ਫਿਜ਼ੀਕਲ ਹੈ। ਔਰ ਉਹਦੇ ਲਈ ਇਹ ਇੱਕ ਰਿਹਰਸਲ ਹੈ, ਪ੍ਰੈਕਟਿਸ ਹੈ। ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਹੱਥ ਜੋੜਨਾ। ਜਦੋਂ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਹੱਥ ਜੋੜਾਂਗੇ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਚਲਾ ਗਿਆ ਕਿ ਤੁਹਾਡੀ ਬਾਡੀ ਹੁਣ ਖਾਣਾ ਖਾਣ ਲਈ ਰੈਡੀ ਹੈ। ਜੀ ਇਹ ਦੋ ਪਰਪਸ ਪੂਰੇ ਹੁੰਦੇ ਆ। ਤਾਂ ਪ੍ਰੈਜ਼ੈਂਸ ਆਫ ਮਾਈਂਡ ਤੁਹਾਡਾ ਵੱਧ ਗਿਆ ਉਸ ਜਗ੍ਹਾ ਤੇ। ਠੀਕ ਹੈ ਜੀ, ਅੱਖ ਬੰਦ ਕਰੋਗੇ ਤਾਂ ਹੱਥ, ਇੱਕ ਪ੍ਰੈਕਟਿਸ ਆ ਗਈ ਨਾ ਤੁਹਾਡੀ। ਜਦੋਂ ਤੁਸੀਂ ਫਿਜ਼ੀਕਲੀ ਵੀ ਇਨਵੋਲਵ ਹੋਗੇ ਤੇ ਮੈਂਟਲੀ ਵੀ ਹੋਗੇ, ਤੁਸੀਂ ਪ੍ਰੈਜ਼ੈਂਟ ਹੋਗੇ ਉੱਥੇ। ਠੀਕ ਹੈ, ਇਹਨੂੰ ਤੁਸੀਂ ਜਿਵੇਂ ਮਰਜ਼ੀ ਲਗਾ ਲਓ। ਤੁਸੀਂ ਹੁਣ ਉੱਥੇ ਇੰਨਾ ਕੰਮ ਕਰਕੇ ਰੱਬ ਕਰਨੀ ਹੈ ਜਾਂ ਨਹੀਂ ਕਰਨੀ, ਉਹ ਤੁਹਾਡੀ ਇੱਛਾ ਹੈ, ਲੇਕਿਨ ਆਪ ਪ੍ਰੈਕਟਿਸ ਜ਼ਰੂਰ ਕਰਨੀ ਹੈ। ਠੀਕ ਹੈ, ਤਾਂ ਉਹਦੇ ਨਾਲ ਤੁਹਾਡਾ ਮਾਈਂਡ ਦਾ ਔਰ ਬਾਡੀ ਦਾ ਟੈਂਪਰੇਚਰ ਨਾਰਮਲ ਹੋ ਜਾਂਦਾ ਹੈ, ਔਰ ਤੁਸੀਂ ਖਾਣਾ ਖਾਣ ਦੀ ਅਵਸਥਾ 'ਚ ਫਿਜ਼ੀਕਲੀ ਤੇ ਮੈਂਟਲੀ ਦੋਨੇ ਰੂਪ 'ਚ ਆ ਜਾਂਦੇ ਹੋ। ਹੁਣ ਜਿਹੜਾ ਖਾਧਾ ਗਾ ਖਾਣਾ, ਉਹਦਾ ਪ੍ਰੋਪਰ ਸਵਾਦ ਵੀ ਫੀਲ ਹੋਏਗਾ। ਠੀਕ ਆ, ਔਰ ਉਹਦੇ ਪੂਰਾ ਹਾਜ਼ਮਾ ਵੀ ਹੋਏਗਾ। ਠੀਕ ਆ, ਹਾਂ, ਫੈਮਿਲੀ ਨੂੰ ਇਹ ਮੈਸੇਜ ਲੱਗਾ ਹੋਣਾ ਚਾਹੀਦਾ, ਜੇ ਜਾਂ ਤਾਂ ਇਹ ਵੀਡੀਓ ਦਿਖਾ ਦਿਓ ਫੈਮਿਲੀ ਨੂੰ, ਤਾਂ ਫੈਮਿਲੀ ਨੂੰ ਪਤਾ ਹੋਵੇ ਜੋ ਮਾੜੀਆਂ ਖਬਰਾਂ ਨੇ ਉਹ ਅਜੇ ਪੈਂਡਿੰਗ ਰੱਖ ਲੈਣੀਆਂ, ਉਹ ਵੀਡੀਓ ਖਾਣਾ ਖਾਣ ਤੋਂ ਬਾਅਦ ਦੱਸਣੀਆਂ ਨੇ। ਠੀਕ ਹੈ, ਖਾਣਾ ਖਾਂਦੇ ਕੁਛ ਨਹੀਂ। ਠੀਕ ਹੈ, ਤਾਂ ਹਾਂ ਤੁਸੀਂ ਇੱਕ ਅੱਛਾ ਮਾਹੌਲ ਜ਼ਰੂਰ ਕ੍ਰੀਏਟ ਕਰ ਸਕਦੇ ਹੋ ਨੀਅਰ ਅਬਾਊਟ, ਕਿਉਂਕਿ ਤੁਹਾਡੇ ਘਰ ਦਾ ਮੁਖੀ ਹੈ। ਠੀਕ ਹੈ, ਸੋ ਇੱਕ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਇੱਕ ਵਰਚੁਅਲੀ ਰੱਬ ਹੈ ਜਿਹੜਾ ਅਸੀਂ ਗੱਲਾਂ 'ਚ ਸੁਣਿਆ, ਗੱਲਾਂ 'ਚ ਮੰਨ ਲਿਆ, ਲੇਕਿਨ ਇੱਕ ਤਾਂ ਅਸੀਂ ਸਾਹਮਣੇ ਖੁਰਦਾ ਦੇਖ ਲਿਆ ਨਾ ਆਪਣੇ ਲਈ। ਐਕਚੁਅਲ ਜਿਹੜਾ ਸੈਕਰੀਫਾਈਸ ਕਰ ਰਿਹਾ ਜੀ ਸਾਡੇ, ਉਹ ਤਾਂ ਅਸੀਂ ਸਾਡੇ ਸਾਹਮਣੇ ਹੀ ਆ ਨਾ। ਇੱਕ ਨਾਰਮਲ ਜੀ ਗੱਲ ਹੈ। ਆਈ ਥਿੰਕ ਦਰਸ਼ਕ ਵੀ ਮੇਰੇ ਨਾਲ ਐਗਰੀ ਹੋਣਗੇ। ਮੈਰਿਜ ਕਿਸੇ ਦਾ ਪ੍ਰੋਗਰਾਮ ਆ ਜਾਂਦਾ ਵਿਆਹ ਦਾ, ਤਾਂ ਮੁਖੀਆ ਆਪਣੇ ਕੱਪੜੇ ਲਾਸਟ ਬਣਾਉਂਦਾ, ਕਈ ਵਾਰੀ ਨਹੀਂ ਵੀ ਬਣਾਉਂਦਾ। ਉਹ ਕਹਿੰਦਾ ਪੁਰਾਣੇ ਟਰੰਕ 'ਚ ਪ੍ਰੈਸ ਕਰ ਲਓ। ਠੀਕ ਹੈ, ਤੇ ਇਹ ਵਾਲਾ ਮਾਈਂਡ ਉਸ ਮੁਖੀਏ ਤੋਂ ਕਹਿ ਕੇ ਦੇਖੋ, ਪੁਰਾਣੇ ਪਾ ਜਾ,
ਤੁਸੀਂ ਜਾ ਕੇ ਦੇਖੋ, ਉਹ ਵਿਆਹ 'ਚ ਨਹੀਂ ਜਾਣਾ ਤੁਹਾਡੇ ਨਾਲ, ਮੰਨਣਾ ਹੀ ਨਹੀਂ ਸਰ। ਠੀਕ, ਉਹ ਇਕੱਲਾ ਹੀ ਹੈ, ਹਾਂਜੀ, ਉਹ ਇਕੱਲਾ ਹੀ ਹੈ। ਤਾਂ ਸਾਡਾ ਪਹਿਲਾ ਰੱਬ ਕਿਹੜਾ ਹੋ ਗਿਆ? ਉਹ ਮੁਖੀਆ ਹੋ ਗਿਆ, ਠੀਕ ਹੈ। ਬਾਕੀ ਤਾਂ ਅਸੀਂ ਸੁਣਿਆ ਹੋਇਆ ਰੱਬ ਆ, ਇੱਕ ਤਾਂ ਸਾਹਮਣੇ ਚੱਲਦਾ ਫਿਰਦਾ ਰੱਬ, ਠੀਕ ਹੈ। ਤਾਂ ਇਹ ਅੱਛਾ, ਉਹ ਫਿਰ ਜਦੋਂ ਅਸੀਂ ਉਸ ਮੁਖੀਏ ਨੂੰ ਇਸ ਤਰੀਕੇ ਨਾਲ ਸਮਝ ਕੇ ਡੀਲ ਕਰਾਂਗੇ ਨਾ ਜੀ, ਅਸੀਂ ਉਹਦਾ ਹਰ ਸੁਭਾਅ ਅਸੈਪਟ ਕਰ ਲਾਂਗੇ ਜੀ, ਉਹ ਵਿਆਹਿਆ ਸੀ ਹਾਂ, ਉਦੋਂ ਤੇ ਬੜਾ ਹਸਮੁਖ ਸੀ, ਹਸਮੁਖ ਸੀ, ਵਿਆਹ ਤੋਂ ਬਾਅਦ ਜੇ ਉਹਦਾ ਜਿਹਨੂੰ ਆਪਾਂ ਕਹਿ ਦਿੰਦੇ ਤੇਰਾ ਤੇ ਮੱਥਾ ਹੀ ਸੜਿਆ ਰਹਿੰਦਾ ਹੈ, ਜੇ ਉਹਦਾ ਮੱਥਾ ਸੜੇ ਵਾਲਾ ਆਇਆ ਹੈਗਾ ਤਾਂ ਉਹ ਕਿਸੇ ਰੀਜ਼ਨ ਕਰਕੇ ਆਇਆ ਹੈਗਾ, ਉਹਨੂੰ ਕੋਈ ਰੋਗ ਨਹੀਂ ਸੀ। ਸਰ ਇੱਕ ਸ਼ੇਰ ਹੈ ਜੀ, ਮੁਸ਼ਤਾਕ ਆਲਮ ਗੋਗਾ ਸਾਹਿਬ ਸੀ ਪਾਕਿਸਤਾਨ ਦੇ, ਤੇ ਉਹਨਾਂ ਨੇ ਨਾ ਬੜਾ ਸ਼ੇਰ ਮੈਨੂੰ ਯਾਦ ਆ ਗਿਆ ਤੁਹਾਡੀ ਗੱਲ ਤੋਂ, ਕਹਿੰਦਾ ਜਦੋਂ ਦੇ ਸਾਹਿਬ ਜੀ ਪਾਪੇ ਬਣ ਗਏ 36 ਗੱਲ ਸਿਆਪੇ ਬਣ ਗਏ, ਗੋਗਿਆ ਦੋਵੇਂ ਜੀ ਸੀ ਅਕਲਾਂ ਵਾਲੇ, ਬੱਚੇ ਕਿੱਦਾਂ ਆਪੇ ਬਣ ਗਏ। ਸੋ ਸਰ ਇਹ ਮਤਲਬ ਹਸਮੁਖ ਕਿਉਂਕਿ ਪ੍ਰੀ ਵੈਡਿੰਗ ਹੁਣ ਚੱਲਦੀ ਆ, ਪਰ ਕਿੰਨਾ ਕੁਝ ਹੋ ਰਿਹਾ ਸਰ, ਪਰ ਉਹਨਾਂ ਨੇ ਮੂਵ ਹੋਣਾ ਹੈ ਜੀ ਇਸ ਚੀਜ਼ ਵੱਲ, ਜ਼ਿੰਮੇਵਾਰੀ ਵੱਲ, ਉਹ ਸਾਰੀਆਂ ਚੀਜ਼ਾਂ ਚੱਕਣੀਆਂ, ਤਾਂ ਬੰਦੇ ਦਾ ਆਪਾਂ ਦੇਖਦੇ ਹਾਂ ਜੀ ਸੁਭਾਅ ਫਲਕਚੁਏਟ ਕਰਦਾ, ਤਾਂ ਉਸ ਚੀਜ਼ ਨੂੰ ਸਮਝਣ ਦੇ ਲਈ ਜਿਹੜੇ ਪਰਿਵਾਰਕ ਮੈਂਬਰ ਆ ਉਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਇਸ ਚੀਜ਼ ਨੂੰ ਵਧੀਆ ਕਰ ਸਕਦਾ ਹੈ ਕਿ ਉਹਨਾਂ ਨੂੰ ਵਧੀਆ ਐਪਰੀਸੀਏਸ਼ਨ ਵਾਲਾ ਇੱਕ এনवायरमेंट ਕ੍ਰੀਏਟ ਕਰਕੇ ਦੇਣ, ਤਾਂ ਜੋ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦਾ ਜਿਹੜਾ ਮੁਖੀਆ ਜੋ ਕਰ ਰਿਹਾ ਉਹ ਹੋਰ ਵਧੀਆ ਤਰੀਕੇ ਨਾਲ ਅੱਗੇ ਕਰੇ। ਤਾਂ ਉਹ ਇਸ ਚੀਜ਼ ਨੂੰ ਸਮਝ ਕੇ ਇੱਕ ਮੈਚੁਰ ਤਰੀਕੇ ਦੇ ਨਾਲ ਇੱਕ ਅੱਛੀ ਫੈਮਿਲੀ ਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ। ਫਸਟ ਆਫ ਆਲ ਦੇਖੋ, ਤੁਹਾਡਾ ਮੁਖੀਆ ਤੁਸੀਂ ਖੁਸ਼ ਕਰ ਲਿਆ ਨਾ, ਉਹਨੇ ਸਾਰੀ ਜੀ ਜਾਨ ਲਾ ਦੇਣਾ ਤੁਹਾਡੀ ਬਿਹਤਰੀਨ ਵਾਸਤੇ, ਬਿਲਕੁਲ, ਠੀਕ ਹੈ। ਤੇ ਜੇ ਉਹ ਬਾਹਰੋਂ ਵੀ ਕੰਮ ਕਰਕੇ ਆਇਆ, ਅੱਕਿਆ ਥੱਕਿਆ ਆਇਆ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਅਸੀਂ ਵੱਡਾ ਕਰਕੇ ਉਹਦੇ ਅੱਗੇ ਫੇਰ ਰੱਖਤਾ, ਤਾਂ ਮਤਲਬ ਕਿੰਨੀ ਕੁ ਵਾਰੀ, ਕਿਉਂਕਿ ਉਹਨੂੰ ਮੋਟੀਵੇਟ ਕਰਨ ਵਾਲਾ ਕੋਈ ਹੈ ਹੀ ਨਹੀਂ, ਉਹਨੂੰ ਸਾਰੇ ਡੀਮੋਟੀਵੇਟ ਕਰਨ ਵਾਲੇ ਹੀ ਹੈ, ਬਾਹਰੋਂ ਡੀਮੋਟੀਵੇਟ ਹੀ ਹੋਇਆ ਹੁੰਦਾ। ਹਾਂ, ਤੇ ਘਰੋਂ ਵੀ ਡੀਮੋਟੀਵੇਟ ਹੀ ਅਗਰ ਹੁੰਦਾ ਤਾਂ ਇਹ ਇੱਕ ਤਰ੍ਹਾਂ ਦਾ ਇਹ ਹੈਗਾ ਕਿ ਉਹਦੇ ਅੰਦਰ ਜੇ ਕੋਈ ਅੱਛਾ ਆਈਡੀਆ ਆਉਣਾ ਵੀ ਹੋਵੇ ਉਹ ਨਹੀਂ ਆਏਗਾ ਨਾ, ਨਹੀਂ ਆਏਗਾ, ਉਹ ਪਰਿਵਾਰ ਦੀ ਬਿਹਤਰੀਨ ਤਰੱਕੀ ਦੇ ਲਈ ਕੁਝ ਨਹੀਂ ਆਏਗਾ। ਉਹ ਸਾਰੀਆਂ ਚੀਜ਼ਾਂ ਕੰਪਰੈਸ ਹੋ ਜਾਂਦੀਆਂ ਨੇ ਜਦੋਂ ਅਸੀਂ ਹਾਈਪਰ ਜ਼ਿਆਦਾ ਰਹਿੰਦੇ ਹਾਂ, ਗੁੱਸੇ ਜ਼ਿਆਦਾ ਰਹਿੰਦੇ ਹਾਂ। ਆਪਾਂ ਮੰਨ ਸਕਦੇ ਹਾਂ ਕਿ ਸਾਡੇ ਘਰੇ ਪੈਸਾ ਘੱਟ ਆ ਰਿਹਾ ਜੀ ਸਰ, ਜਾਂ ਆਉਣਾ ਹੀ ਬੰਦ ਹੋ ਗਿਆ ਜੀ, ਤਾਂ ਸਾਡੇ ਹੱਥ 'ਚ ਕੀ ਉਦੋਂ ਹੁੰਦਾ? ਸਾਡੇ ਹੱਥ 'ਚ ਉਦੋਂ ਹੁੰਦਾ ਕਿ ਅਸੀਂ ਕਮ ਸੇ ਕਮ ਘਰ ਦੇ ਅੰਦਰ ਦਾ ਮਾਹੌਲ ਬੈਲੈਂਸ ਰੱਖਣਾ ਜੀ, ਔਰ ਉਸ ਮੁਖੀ ਨੂੰ ਟੁੱਟਣ ਨਹੀਂ ਦੇਣਾ, ਟੁੱਟਣ ਨਹੀਂ ਦੇਣਾ ਕਿਸੇ ਵੀ ਹਾਲਾਤ 'ਚ, ਕਿਸੇ ਵੀ ਹਾਲਾਤ 'ਚ ਉਹਨੂੰ ਟੁੱਟਣ ਨਹੀਂ ਦੇਣਾ, ਕਿਉਂਕਿ ਉਹ ਜਦੋਂ ਵੀ ਤੁਹਾਡੀ ਘਰ ਦੀ ਗੱਡੀ ਦੀ ਸਪੀਡ ਫੜਨੀ ਹੈ ਤਾਂ ਉਹਦੇ ਤੋਂ ਫੜਨੀ ਹੈ, ਤਾਂ ਅਸੀਂ ਉਹਨੂੰ ਮੋਟੀਵੇਟ ਕਰਨਾ ਹੈ, ਨਾ ਕਿ ਉਹਦੇ ਕੋਲ ਬਹਿ ਕੇ ਫਿਰ ਤਾਨੇ ਮਿਹਣੇ ਮਾਰਨੇ ਆ ਵੀ ਤੂੰ ਆਹ ਕਰ ਲੈਂਦਾ ਉਹ ਵਧੀਆ ਨਹੀਂ ਸੀ, ਉਹ ਫਲਾਣੇ ਨੇ ਉਹ ਕਰ ਲਿਆ ਤੂੰ ਨਹੀਂ ਆ ਕੀਤਾ ਵਧੀਆ ਨਹੀਂ ਸੀ। ਤੇ ਇਹ ਇੱਕ ਡੈਮੇਜ ਸਾਡੀ ਲਾਈਫ ਨੂੰ ਡੈਮੇਜ ਕ੍ਰੀਏਟ ਕਰ ਦਿੰਦੇ ਨੇ, ਉਹ ਬਾਅਦ 'ਚ ਭਰਨੇ ਔਖੇ ਹੋ ਜਾਂਦੇ ਨੇ। ਉਲਟਾ ਅਸੀਂ ਇਹਨੂੰ ਮੋਟੀਵੇਟ ਕਰ ਸਕਦੇ ਹੈਗੇ ਆ, ਅਸੀਂ ਤੇਰੇ ਨਾਲ ਹੈਗੇ, ਜੋ ਤੁਸੀਂ ਕਰਨਾ ਹੈ ਨਾ ਦੱਸ, ਅਸੀਂ ਤੇਰੇ ਨਾਲ ਹੈਗੇ ਆ। ਇੱਕ ਇਹ ਹੀ ਅਸੀਂ ਤੇਰੇ ਨਾਲ ਹੈਗੇ ਆ, ਇੰਨੇ ਕੀ ਬੋਲੇਗੇ 4 ਸ਼ਬਦ ਜੀਵਨ ਬੋਲ ਸਕਦੇ ਨੇ, ਪਰਿਵਾਰ ਦਾ ਵੀ ਤੇ ਉਸ ਮੁਖੀਏ ਦਾ ਵੀ। ਸੋ ਇਸ ਵੀਡੀਓ ਦੇ ਵਿੱਚ ਫਸਟ ਆਫ ਆਲ ਕਿਉਂਕਿ 3 ਤਰ੍ਹਾਂ ਦੀ ਹੈਪਨਿੰਗਸ ਹੈ, ਤਿੰਨੋਂ ਵੱਲ ਇੱਕ ਵੀਡੀਓ 'ਚ ਬਣਾਵਾਂਗੇ ਤਾਂ ਬਹੁਤ ਲੰਬੀ ਚੱਲ ਜਾਏਗੀ, ਸਟੈਪ ਬਾਏ ਸਟੈਪ ਤਿੰਨੋਂ ਕਵਰ ਕਰਾਂਗੇ। ਸੋ ਪਹਿਲੀ ਹੈਪਨਿੰਗ ਇਹੀ ਹੈ ਕਿ ਸਾਡਾ ਘਰ ਦਾ ਜਿਹੜਾ ਸਟਰਕਚਰ ਹੈ, ਜਿਹੜਾ ਅਸੀਂ ਜੁਆਇੰਟ ਫੈਮਿਲੀ ਤੋਂ ਟੁੱਟ ਕੇ 25-30 ਮੈਂਬਰ ਟੁੱਟ ਕੇ 5 'ਚ ਕਨਵਰਟ ਹੋਏ ਆ, ਔਰ ਉਹਦੇ ਵਿੱਚ ਵੀ 2 ਤੋਂ 3 ਪੇਸ਼ੈਂਟ 'ਚ ਕਨਵਰਟ ਹੋ ਗਏ, ਜਿਹਦਾ ਪੂਰਾ ਦਬਾਅ ਘਰ ਦੇ ਮੁਖੀਏ 'ਤੇ ਚਲਾ ਗਿਆ, ਘਰ ਦੇ ਰੱਬ 'ਤੇ ਚਲਾ ਗਿਆ ਹੈਗਾ। ਉਹਨੂੰ ਬੈਲੈਂਸ ਕਰਨਾ ਬੜਾ ਜ਼ਰੂਰੀ ਹੈ। ਉਹ ਬੈਲੈਂਸ ਕਿਵੇਂ ਹੋਣਾ ਹੈ? ਉਹ ਸਿੱਖਣ ਲਈ ਅਸੀਂ ਨੈਚੁਰਲ ਹੈਲਥ ਸਾਇੰਸ ਵੱਲ ਆਉਣਾ ਹੈ, ਜਿਹਨੂੰ ਕਿ ਸਾਡੀ ਸੰਸਥਾ ਸਿਖਾਉਂਦੀ ਹੈ, ਠੀਕ ਹੈ। ਇਹਦੇ 'ਚ ਤੁਸੀਂ ਜੀਵਨ ਵੀ ਸਿੱਖਦੇ ਹੋ, ਹੈਲਥ ਵੀ ਸਿੱਖਦੇ ਹੋ, ਠੀਕ ਹੈ। ਇਹਦੇ 'ਚ ਤੁਸੀਂ ਬੱਚੇ ਦਾ ਪਾਲਣ ਪੋਸ਼ਣ ਵੀ ਸਿੱਖਦੇ ਹੋ, ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਕਿਵੇਂ ਦੇਣੀ ਹੈ ਕਿ ਉਹ ਆਪਣੀ ਹੈਲਥ ਆਪਣੇ ਦਮ ਤੇ ਬੈਟਰ ਕਰਨਗੇ, ਠੀਕ ਹੈ। ਉਹ ਕੰਟੈਂਟ ਤੁਹਾਨੂੰ ਸਿਖਾਏ ਜਾਂਦੇ ਨੇ, ਫਿਰ ਤੁਸੀਂ ਆਪਣੇ ਬੱਚੇ ਦੀ ਕਾਉਂਸਲਿੰਗ ਉਵੇਂ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਹਾਡਾ ਬੱਚਾ ਬਿਮਾਰੀ ਵੱਲ ਫਿਰ ਜਾਂਦਾ ਹੀ ਨਹੀਂ, ਮੂਵ ਹੀ ਨਹੀਂ ਕਰਦਾ, ਠੀਕ ਹੈ। ਤਾਂ ਇਹ ਇੱਕ ਪਾਰਟ ਹੈਗਾ, ਐਕਟੀਵਿਟੀਜ਼ ਸਾਨੂੰ ਖੁਦ ਨਿਭਾਉਣੀਆਂ ਪੈਣਗੀਆਂ ਆਪਣੇ ਪਰਿਵਾਰ ਦੇ ਫਿਊਚਰ ਔਰ ਬੱਚਿਆਂ ਦੇ ਫਿਊਚਰ ਲਈ। ਜੇ ਅਸੀਂ ਸਰਕਾਰਾਂ ਤੇ ਡਾਕਟਰਾਂ ਦੇ ਮੂੰਹ ਵੱਲ ਦੇਖਾਂਗੇ ਤਾਂ ਇਹ ਉਜਾੜਾ ਵੱਧਦਾ ਰਹੇਗਾ। ਆਪਣਾ ਹੱਥੀਂ ਆਪਣਾ ਆਪੇ ਕਾਜ ਸਵਾਰੀਏ, ਇਸ ਫਿਲਾਸਫੀ ਨੂੰ ਸਾਨੂੰ ਅਡਾਪਟ ਕਰਨਾ ਪਏਗਾ। ਅਸੀਂ ਨਹੀਂ ਕਹਿ ਰਹੇ ਕਿ ਤੁਸੀਂ ਆਂਢੀ ਗੁਆਂਢੀ ਪਿੰਡ ਦੀ ਸੇਵਾ ਕਰੋ, ਫਸਟ ਆਫ ਆਲ ਆਪਣਾ ਘਰ, ਜਿਹੜੇ ਰੱਬ ਦੀ ਦਰਗਾਹ ਤੋਂ ਮੰਗ ਕੇ 2 ਬੱਚੇ ਲਏ ਹਨ, ਉਹਦੀ 100 ਸਾਲ ਦੀ ਉਮਰ ਲਈ ਤਿਆਰੀ ਕਰੋ, ਬਾਕੀ ਕੰਮ ਬਾਅਦ 'ਚ ਸ਼ੁਰੂ ਹੋਣਗੇ। ਸੋ ਇਹ ਜਿਹੜੀ ਫਸਟ ਹੈਪਨਿੰਗ ਹੈ ਜਿਹੜੀ, ਉਹਦੇ ਉੱਤੇ ਇੱਕ ਜ਼ਰੂਰ ਸਾਨੂੰ ਫੋਕਸ ਕਰਨਾ ਚਾਹੀਦਾ ਕਿ ਅਸੀਂ ਪਰਿਵਾਰ ਦੀ ਬੈਟਰਮੈਂਟ, ਪਰਿਵਾਰ ਦੀ ਤੰਦਰੁਸਤੀ, ਘਰ ਸੁੱਖ ਵਸਿਆ ਤੇ ਬਾਹਰ ਸੁੱਖ ਪਾਇਆ, ਉਹ ਵਾਲੀ ਜਿਹੜੀ ਚੀਜ਼ ਗੁਰੂ ਸਾਹਿਬ ਨੇ ਸਾਨੂੰ ਦੱਸੀ ਹੋਈ ਹੈ, ਉਹ ਫਿਰ ਹੀ ਐਗਜ਼ਿਸਟ ਕਰਦੀ ਹੈ ਜੇ ਅਸੀਂ ਇਹਨੂੰ ਇਸ ਤਰੀਕੇ ਨਾਲ ਇੱਕ ਮੈਚੁਰ ਤਰੀਕੇ ਨਾਲ ਸਮਝਾਂਗੇ। ਜੋ ਆਪਾਂ ਅੱਜ ਵੀਡੀਓ ਸਮਝਾਇਆ ਹੈ ਕਿ ਮੈਚੁਰ ਤਰੀਕਾ ਹੈ ਸਮਝਣ ਦਾ। ਕਿਤੇ ਤਾਂ ਅਸੀਂ ਮੁਖੀਏ ਨੂੰ ਹੋ ਸਕਦਾ ਕਿ ਘਰੇ ਆਉਂਦਾ ਹੋਵੇ, ਉਹਨੂੰ ਪਾਣੀ ਦਾ ਗਲਾਸ ਨਾ ਪੁੱਛਦੇ ਹੋਈਏ, ਜੇ ਵੀਡੀਓ ਦੇਖ ਲਈ ਮੈਨੂੰ ਇੰਨਾ ਯਕੀਨ ਜ਼ਰੂਰ ਹੈਗਾ ਕਿ ਉਹਨੂੰ ਪਾਣੀ ਮਿਲਣ ਲੱਗ ਪਏਗਾ ਆਉਂਦੇ ਨੂੰ,
ਔਰ ਰੋਟੀ ਨਾਲ ਕਿਤੇ ਕਿਤੇ ਸਲਾਦ ਵੀ ਮਿਲ ਸਲਾਦ ਜਾਏਗਾ। ਵੀ ਮਿਲ ਜੂਗਾ ਸਲਾਦ ਸਰ ਕਿਸੇ ਹੋਰ ਚੀਜ਼ ਨਾਲ ਵੀ ਮਿਲ ਸਕਦਾ ਜੀ ਉਹਨਾਂ ਮੈਂ ਰੋਟੀ ਨਾਲ ਕਿਹਾ ਜੀ। ਨੂੰ ਰੋਟੀ ਨਾਲ ਠੀਕ ਹੈ ਹਾਂਜੀ ਹਾਂਜੀ ਹਾਂਜੀ। ਬਾਕੀ ਸਰ ਤੁਹਾਡੀਆਂ ਗੱਲਾਂ ਜਿਹੜੀਆਂ ਸੀ ਉਹ ਪ੍ਰੋਪਰ ਕਈ ਚੀਜ਼ਾਂ ਨੂੰ ਮੈਂ ਵੀ ਐਜੂਕੇਟ ਹੋਇਆ, ਕਈ ਚੀਜ਼ਾਂ ਅਸੀਂ ਵੀ ਸਕਿਪ ਕਰ ਜਾਂਦੇ ਹਾਂ ਆਪਣੇ ਫਾਦਰ ਸਾਹਿਬ ਨੂੰ, ਜਾਂ ਜਿਹੜਾ ਸਾਡਾ ਘਰ ਦਾ ਮੁਖੀਆ ਇੱਕ ਲੇਡੀਜ਼ ਵੀ ਹੋ ਸਕਦੀ, ਸਾਡੀ ਮਾਤਾ ਵੀ ਹੋ ਸਕਦੀ, ਕਈ ਵਾਰ ਫਾਦਰ ਸਾਹਿਬ ਐਕਸਪਾਇਰ ਹੋਏ ਹੁੰਦੇ ਆ ਆਪਣੇ ਆਲੇ ਦੁਆਲੇ ਆਪਾਂ ਦੇਖਦੇ ਹਾਂ। ਸੋ ਇਹ ਚੀਜ਼ ਦਾ ਪ੍ਰੋਪਰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਲਈ, ਕਿਉਂਕਿ ਅਸੀਂ ਇੱਕ ਵਧੀਆ ਜੇ ਸਮਾਜ ਸਿਰਜਣਾ ਤਾਂ ਇਹ ਬੇਸਿਕ ਚੀਜ਼ਾਂ ਜਿਹੜੀਆਂ ਇਹਨਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਰ। ਆਮ ਹੀ ਆਪਾਂ ਦੇਖਦੇ ਹਾਂ ਵੀ ਇੱਕ ਬੱਚਾ, ਖਾਸ ਕਰ ਟੀਨੇਜ ਜਿਹੜੀ ਹੈਗੀ ਜਨਤਾ ਜੀ, +2 ਕੀਤੀ ਹੁੰਦੀ ਆ ਜਾਂ 10ਵੀਂ ਪਾਸ ਹੁੰਦੀ ਆ ਕਿ ਪਾਪਾ ਮੈਨੂੰ ਆਈਫੋਨ ਲੈ ਦਿਓ, ਪਾਪਾ ਮੈਨੂੰ ਬੁਲਟ ਲੈ ਦਿਓ, ਤਾਂ ਇਹ ਚੀਜ਼ਾਂ ਜਿਹੜੀਆਂ ਅਸੀਂ ਬੜੇ ਪੋਲਾਈਟ ਤਰੀਕੇ ਨਾਲ ਕਹਿ ਤਾਂ ਦਿੰਦੇ ਆ, ਪਰ ਅੱਗੋਂ ਜਿਹੜਾ ਘਰ ਦਾ ਮੁਖੀਆ ਹੁੰਦਾ ਉਹ ਉਹਨਾਂ ਚੀਜ਼ਾਂ ਦੇ ਲਈ ਕਿੰਨੇ ਐਫਰਟ ਲਾਉਂਦਾ ਹੈ, ਜਾਂ ਕਰਜ਼ਾ ਚੱਕਦਾ, ਜਾਂ ਹੋਰ ਡਬਲ ਮਿਹਨਤ ਕਰਦਾ, ਡਬਲ ਸ਼ਿਫਟਾਂ ਲਾਉਂਦਾ, ਤਾਂ ਉਹ ਚੀਜ਼ ਸ਼ਾਇਦ ਸਾਨੂੰ ਅਜੇ ਇਸ ਚੀਜ਼ ਦੀ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ। ਆਮ ਹੀ ਇੱਕ ਹਾਸੇ ਜਿਹੀ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਕਹਿੰਦੇ ਵੀ ਕਿਸੇ ਬੱਚੇ ਦਾ, ਕਿਸੇ ਮੁੰਡੇ ਦਾ ਮੁੱਕ ਗਿਆ ਨੈੱਟ, ਤੇ ਉਦੋਂ ਉਹਦੇ ਕੋਲ ਨੈੱਟ ਵਾਲਾ ਰੀਚਾਰਜ ਕਰਨ ਵਾਸਤੇ ਕੋਈ ਉਹ ਨੈੱਟ ਵੀ ਨਹੀਂ ਸੀ ਹੈਗਾ ਵੀ ਆਨਲਾਈਨ ਰੀਚਾਰਜ ਕਰ ਲੇ, ਤੇ ਉਦੋਂ ਵਿਚਾਰੇ ਨੇ ਫੋਨ ਸਾਈਡ ਤੇ ਰੱਖ ਕੇ ਤੇ ਆਪਣੇ ਘਰ ਦੇ ਮੁਖੀਏ ਦੇ ਨਾਲ ਟਾਈਮ ਸਪੈਂਡ ਕੀਤਾ, ਤੇ ਅਗਲੇ ਦਿਨ ਆਪਣੇ ਜਾ ਕੇ ਫਰੈਂਡਸ ਦੇ ਵਿੱਚ ਆਖਿਆ, ਕਹਿੰਦਾ ਯਾਰ ਵੀ ਮੈਂ ਆਪਦੇ ਘਰਦਿਆਂ ਦੇ ਨਾਲ ਟਾਈਮ ਸਪੈਂਡ ਕੀਤਾ, ਯਾਰ ਇਹ ਵੀ ਬੜੇ ਚੰਗੇ ਲੋਕ ਨੇ, ਚੰਗੇ ਲੋਕ ਲੱਗਦੇ ਨੇ। ਮਤਲਬ ਉਹਨੂੰ ਪਤਾ ਹੀ ਨਹੀਂਗਾ, ਕਦੀ ਉਹ ਵਿਚਾਰਕ ਸਾਂਝ ਹੀ ਨਹੀਂ ਪਈ, ਕਦੀ ਬੋਲਚਾਲ ਹੀ ਨਹੀਂ ਹੋਇਆ, ਕਿਉਂਕਿ ਉਹ ਨੈੱਟ ਦੇ ਵਿੱਚ ਅਸੀਂ ਇੰਨੇ ਜੁੜੇ ਹੋਏ ਆ, ਤਾਂ ਕਰਕੇ ਸਰ ਇਹ ਚੀਜ਼ਾਂ, ਕਈ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਕਿਪ ਹੋ ਰਹੀਆਂ। ਸੋ ਇਹ ਜ਼ਰੂਰ ਚਾਹੀਦਾ ਕਿ ਖਾਣਾ ਖਾਣ ਸਮੇਂ ਤੁਸੀਂ ਸਾਰੇ ਇਕੱਠੇ ਬਹਿ ਜਾਓ, ਇੱਕ ਦੂਜੇ ਨਾਲ ਹੱਸੋ ਖੇਡੋ, ਇੱਕ ਵਧੀਆ এনवायरमेंट ਹੋਵੇ। ਸੋ ਮੇਰਾ ਭੈਣਾਂ ਨੂੰ, ਮੇਰਾ ਮਾਤਾਵਾਂ ਨੂੰ ਵੀ ਇਹੀ ਬੇਨਤੀ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਘਰ ਦੇ ਮੁਖੀਏ ਦੇ ਲਈ ਆਓ ਭਗਤ ਕਰਨੀ, ਉਹਨਾਂ ਦੇ ਲਈ ਹੈ ਨਾ, ਆਉਂਦਿਆਂ ਨੂੰ ਪਾਣੀ ਪੁੱਛਣਾ, ਖਿੜੇ ਮੱਥੇ ਬੋਲਣਾ ਹੈ, ਜਾਂ ਕੋਈ ਵੀ ਜਿਵੇਂ ਸੈਲਡ ਵਗੈਰਾ ਕੱਟ ਕੇ ਦੇਣਾ ਰੋਟੀ ਦੇ ਨਾਲ, ਜਾਂ ਉਦੋਂ ਕੋਈ ਮਾੜੀ ਖਬਰ ਜਿਹੜੀ ਉਹ ਨਹੀਂ ਦੱਸਣੀ। ਉਸ ਤੋਂ ਬਾਅਦ ਖਾਣਾ ਫਿਨਿਸ਼ ਕਰਨ ਤੋਂ ਮਗਰੋਂ ਜੋ ਵੀ ਘਰੇਲੂ, ਜੋ ਵੀ ਟੈਨਸ਼ਨ ਵਾਲੀ ਗੱਲ ਆ ਕੋਈ, ਜਾਂ ਹੋਰ ਜ਼ਿੰਮੇਵਾਰੀ ਵਾਲੀ ਗੱਲ ਆ, ਉਹ ਤੁਸੀਂ ਦੱਸ ਸਕਦੇ ਹੋ। ਸੋ ਆਪ ਸਭ ਦਾ, ਜਿਵੇਂ ਤੁਸੀਂ ਜੁੜੇ ਹੋਏ ਹੋ ਪਹਿਲਾਂ ਦੀ ਤਰ੍ਹਾਂ ਕੇਰ ਏਸ਼ੀਆ TV ਦੇ ਨਾਲ, ਇੱਦਾਂ ਜੁੜੇ ਰਹੋ। ਸੋ ਮੇਰੀ ਇੱਕ ਆਪ ਸਭ ਨੂੰ ਬੇਨਤੀ ਹੈ ਕਿ ਜੇ ਸਾਡੀਆਂ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਨੀਚੇ ਦਿੱਤਾ ਜਿਹੜਾ ਬੈਲ ਆਈਕਨ ਦਾ ਬਟਨ ਆ ਸਬਸਕ੍ਰਿਪਸ਼ਨ ਵਾਲਾ, ਉਹ ਤੁਸੀਂ ਜ਼ਰੂਰ ਨੱਪੋ। ਤੇ ਮੈਂ ਡਾਕਟਰ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬਹੁਤ ਸਮਾਜ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਾਨੂੰ ਦੱਸੀਆਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੇਰ ਏਸ਼ੀਆ TV ਵੱਲੋਂ, ਤੇ ਸਭ ਨੂੰ ਪਿਆਰ ਆਈ, ਸਤਿ ਸ਼੍ਰੀ ਅਕਾਲ ਸਭ ਨੂੰ।